वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी के हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो। रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी ने दूसरी उदासी आरंभ की है। पहली उदासी सतगुरु जी सुल्तानपुर साहब तो आरंभ करते ने। जदों पहली उदासी तो वापस आए तकरीबन 12-13 साल बाद आके तलवंडी अपने घर रहे। इत्थे ही माता पिता माता तृप्ता पिता मेहता कल्याण दास जी का अकाल चलाना होया। ये जिहड़ी सारी मर्यादा सी रौ रीत सी ये सतगुरां ने अपने कर कमलों के नाल कीती है। इस तो बाद जदों सतगुरु दूजी उदासी आरंभ करते ने तो ये सिर्फ तीर्थ अस्थानां वास्ते है। और तीर्थ अस्थानां दे विच सतगुरु जी ने जिहड़ा पहला तीर्थ है वो कुरुक्षेत्र नूं चुनिया। अते जदों सतगुरु इत्थे पहुँचते ने उदों सूरज ग्रहण का मेला सी। इत्थे जदों सतगुरु आए ने इत्थे एक राणी ते राणी का पुत्र जिहड़े सब कुछ अपना गवा के हार के इत्थे पहुँचे ने। उन्हां दे कोल कुछ पैसा भेटा नहीं सी। उन्होंने एक गैंडा एक हिरण मारिया होया है। राणी दे पुत्र ने वही लिया के गुरु साहब की भेटा कर दिता। कहन लगे जी बचन करो
ਸਾਡਾ ਰਾਜ ਭਾਗ ਸਾਨੂੰ ਵਾਪਸ ਮਿਲ ਜਾਏ। ਸਤਿਗੁਰੂ ਕਹਿਣ ਲੱਗੇ ਬ੍ਰਹਮ ਭੋਜ ਕਰੋ। ਉਹ ਕਹਿਣ ਲੱਗੇ ਜੀ ਬ੍ਰਹਮ ਭੋਜ ਕਿੱਥੋਂ ਕਰੀਏ, ਸਾਡੇ ਕੋਲ ਤਾਂ ਪੈਸਾ ਨਹੀਂ ਹੈ। ਬ੍ਰਹਮ ਭੋਜ ਤੇ ਹਜ਼ਾਰਾਂ ਰੁਪਏ ਖਰਚ ਹੋਣਗੇ। ਸਤਿਗੁਰੂ ਜੀ ਨੇ ਕਿਹਾ ਜੋ ਲੈ ਕੇ ਆਏ ਹੋ ਇਸੇ ਨੂੰ ਹੀ ਬਣਾ ਲਓ। ਸੂਰਜ ਗ੍ਰਹਿਣ ਦਾ ਦਿਨ ਹੋਣ ਦੇ ਬਾਵਜੂਦ ਉਹਨਾਂ ਨੇ ਚੁੱਲ੍ਹਾ ਪੱਟਿਆ, ਭਾਂਡਾ ਲਿਆਂਦਾ, ਉਹ ਮਿਰਗ ਉਹਦੇ ਵਿੱਚ ਕੱਟ ਕੇ ਪਾਇਆ, ਉਸ ਨੂੰ ਰਿੰਨਣਾ ਸ਼ੁਰੂ ਕੀਤਾ। ਜਿਵੇਂ ਹੀ ਚੁੱਲ੍ਹੇ ਵਿੱਚ ਅੱਗ ਬਲੀ, ਧੂੰਆਂ ਨਿਕਲਿਆ, ਕੁਰੂਕਸ਼ੇਤਰ ਵਿੱਚ ਰੌਲਾ ਪੈ ਗਿਆ ਵੀ ਸੂਰਜ ਗ੍ਰਹਿਣ ਹੋਵੇ ਤੇ ਇਹ ਕੌਣ ਹੈ ਜਿਸ ਨੇ ਅੱਗ ਬਾਲੀ ਹੈ। ਹੁਣ ਜਿਹੜੀ ਵਹਿਮ ਭਰਮ ਅੰਧ ਵਿਸ਼ਵਾਸ ਦੀ ਦੁਨੀਆ ਹੈ ਇਹ ਬਿਲਕੁਲ ਵੱਖਰੀ ਹੈ। ਔਰ ਜਿਹੜੀ ਵਡੰਬਨਾ ਉਹ ਇਹ ਹੈ ਵੀ ਇਹ ਸਾਰੀਆਂ ਚੀਜ਼ਾਂ ਸਾਰੀਆਂ ਥਾਵਾਂ ਤੇ ਨਹੀਂ ਹੈ। ਹੁਣ ਜਿਵੇਂ ਹੋਲੀਆਂ ਨੇ, ਹੋਲੀਆਂ ਮੁਸਲਮਾਨਾਂ ਤੇ ਆਉਂਦੀਆਂ ਹੀ ਨਹੀਂ, ਸਾਡੇ ਤੇ ਹੀ ਆਉਂਦੀਆਂ ਨੇ। ਹਾਲਾਂਕਿ ਅਸੀਂ ਖੁਦ ਮੰਨਦੇ ਹਾਂ ਵੀ ਉਹਨਾਂ ਦੇ 80 ਮੁਲਕ ਨੇ ਦੁਨੀਆ ਦੇ ਵਿੱਚ, ਉਹਨਾਂ ਦੀ ਗਿਣਤੀ ਅਰਬਾਂ ਵਿੱਚ ਹੈ। ਜਿਵੇਂ ਹਿੰਦੂਆਂ ਦੀ ਗਿਣਤੀ 70 ਕਰੋੜ ਹੈ, ਉਹਨਾਂ ਦੀ ਇਸ ਤੋਂ ਕਿਤੇ ਜ਼ਿਆਦਾ ਹੈ। ਮੁਲਕਾਂ ਦੇ ਮੁਲਕ ਭਰੇ ਨੇ 30-35 ਕਰੋੜ ਤੇ ਇੰਡੀਆ 'ਚ ਹੀ ਹੈ, ਪਰ ਉਹਨਾਂ ਤੇ ਹੋਲੀਆਂ ਦਾ ਕੋਈ ਅਸਰ ਨਹੀਂ ਹੈ। ਤੋ ਇਸ ਕਰਕੇ ਇਸ ਧਰਮ ਦੀ ਜਿਹੜੀ ਕਥਾ ਹੈ ਇਸ ਨੂੰ ਸਮਝਣ ਦੀ ਲੋੜ ਹੈ। ਤਾਂ ਹੀ ਗੱਲ ਨੂੰ ਸਮਝਣਾ ਚਾਹੀਦਾ ਕਿ ਸਾਨੂੰ ਕੱਟੜਤਾ ਵਿੱਚ ਨਹੀਂ ਪੈਣਾ ਚਾਹੀਦਾ। ਹੁਣ ਜਿਵੇਂ ਮੁਸਲਮਾਨ ਨੇ, ਕਦੇ ਉਹਨਾਂ ਦੀ ਬਕਰੀਦ ਆ ਗਈ, ਕਦੇ ਕੁਝ ਆ ਗਿਆ, ਕਦੇ ਕੁਝ ਆ ਗਿਆ। ਇੱਕ ਦਿਨ ਐਸਾ ਵੀ ਆਉਂਦਾ ਹੈ ਉਹ ਊਠਾਂ ਦੀ ਵੀ ਬਲੀ ਦਿੰਦੇ ਨੇ। ਪਰ ਇੱਥੇ ਐਸੇ ਵੀ ਧਰਮ ਹੈਗੇ ਨੇ, ਮਤ ਹੈਗੇ ਨੇ ਕਿ ਲੋਕ ਬਿਸਕੁਟ 'ਚ ਵੀ ਆਂਡਾ ਨਹੀਂ ਖਾਂਦੇ। ਰੱਬ ਸਾਰਿਆਂ ਦਾ ਹੀ ਹੈ, ਕੋਈ ਖਾਂਦਾ ਹੈ ਕੋਈ ਨਹੀਂ ਖਾਂਦਾ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਿਹਨੂੰ ਕਹੋਗੇ ਮਾੜਾ ਕੌਣ ਹੈ? ਮਾੜਾ ਤੇ ਕੋਈ ਵੀ ਨਹੀਂ ਹੈ ਭਾਈ। ਅੱਜ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਲਓ, ਸ਼ਾਕਾਹਾਰੀ ਬੰਦੇ ਨੂੰ ਪੁੱਛੋ ਵੀ ਤੂੰ ਬਿੱਲੀ ਹੈ, ਨਹੀਂ ਕਹਿੰਦਾ ਜੀ ਮੈਂ ਸ਼ੇਰ ਹਾਂ। ਉਹਨੂੰ ਪੁੱਛੋ ਵੀ ਸ਼ੇਰ ਤੇ ਮਾਸ ਖਾਂਦਾ ਹੈ। ਜਿਸ ਸ਼ੇਰ ਨੇ, ਕਹਿੰਦੇ ਸ਼ੇਰ ਬੁੱਢਾ ਵੀ ਹੋ ਜਾਏ ਤੇ ਘਾਹ ਨਹੀਂ ਖਾਂਦਾ, ਮਰਨ ਵਕਤ ਤੱਕ ਵੀ ਉਹ ਸਿਰਫ ਮਾਸ ਖਾਂਦਾ ਹੈ, ਨਾ ਆਟੇ ਦਾ ਪੇੜਾ ਖਾਵੇ ਉਹ, ਨਾ ਘਾਹ ਖਾਵੇ। ਪਰ ਸ਼ੇਰ ਦੀ ਖੱਲ ਤੇ ਮਹਾਂਪੁਰਖ ਬੈਠ ਕੇ ਭਗਤੀ ਕਰਨੀ ਚਾਹੁੰਦੇ ਨੇ। ਕਿਹੜਾ ਧਰਮ ਸਥਾਨ ਹੈ ਜਿੱਥੇ ਸ਼ੇਰ ਦੀ ਫੋਟੋ ਨਹੀਂ ਲਾਈ ਜਾਂਦੀ, ਸ਼ੇਰ ਦੀ ਮੂਰਤੀ ਨਹੀਂ ਰੱਖੀ ਜਾਂਦੀ, ਸ਼ੇਰ ਦਾ ਮੁੱਖ ਨਹੀਂ ਬਣਾਇਆ ਜਾਂਦਾ। ਇੱਥੋਂ ਤੱਕ ਕਿ ਸਨਾਤਨ ਮਤ ਦੇ ਵਿੱਚ ਤੇ ਬਹੁਤ ਸਾਰੀਆਂ ਜਿਹੜੀਆਂ ਦੇਵੀਆਂ ਨੇ ਉਹਨਾਂ ਨੂੰ ਸ਼ੇਰ ਦੀ ਸਵਾਰੀ ਕਰਾਈ ਜਾਂਦੀ ਹੈ। ਸ਼ੇਰਾਂ ਵਾਲੀ ਕਹਿ ਕੇ ਵੀ ਮਾਤਾ ਇੱਕ ਦੇਵੀ ਨੂੰ ਪੂਜਿਆ ਜਾਂਦਾ ਹੈ। ਹੁਣ ਇਹ ਤਾਂ ਜਾ ਕੇ ਸਮਝ ਆਉਣੀ ਵੀ ਸਭ ਗੋਬਿੰਦ ਹੈ, ਸਭ ਠੀਕ ਹੈ। ਕੋਈ ਰੋਜ਼ੇ ਰੱਖਦਾ ਹੈ, ਕੋਈ ਨਹੀਂ ਰੱਖਦਾ, ਕੋਈ ਨਮਾਜ਼ਾਂ ਪੜ੍ਹਦਾ ਹੈ, ਕੋਈ ਨਹੀਂ ਪੜ੍ਹਦਾ। ਹੁਣ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ। ਹੁਣ ਕੋਈ ਪੂਜੈ ਦੇਹਰਾ, ਕੋਈ ਮਸੀਤ, ਕੋਈ ਮੰਦਰਾਂ ਦੀ ਪੂਜਾ ਕਰਦਾ, ਕੋਈ ਮਸਜਿਦਾਂ ਦੇ ਵਿੱਚ ਜਾ ਕੇ ਨਮਾਜ਼ਾਂ ਪੜ੍ਹਦਾ। ਇੱਥੇ ਆਉਣ ਤੋਂ ਪਹਿਲਾਂ ਅਸੀਂ ਇੱਕ ਵਾਰੀ ਪੰਜਾਬ ਤੋਂ ਦਿੱਲੀ ਆਏ ਤੇ ਜਾਮਾ ਮਸਜਿਦ ਵੇਖਣ ਚਲੇ ਗਏ। ਹੁਣ ਉਹ ਕਹਿਣ ਲੱਗੇ ਜੀ ਤੁਸੀਂ ਜੁੱਤੀ ਪਾ ਕੇ ਨਹੀਂ ਜਾ ਸਕਦੇ।
बिल्कुल ठीक है जी, तुहाडा धर्म स्थान है, दसो कित्थे लाइए? कहते लाउण लई थां कोई नहीं। पुछा फिर हुण जुत्ती दा की करिए? वो कहते जी जुत्ती उतारो, इहदे पतावे जोड़ो, कच्छ च मारो तो चले जाओ। ले दसो, मतलब जुत्ती पैरों च पा के जाओगे तो मस्जिद च नहीं जा सकते, कच्छ च दे लो फिर जा सकते हो। ठीक है, सब दा अपनी अपनी मनौत है, अपनी अपनी उन्हां दी मानता है। तो ये जिहड़ी कथा असीं सुन रहे हैं, ये कथा औखी है। मैं इहनूं छेती लंघाउणा नहीं चाहुंदा, लंघ ते 1 मिनट च जाएगी। वो किसी ने पुछया सी ना भी रमायण की है, वो कहंदे रमायण की है? राम राम रामड़ा, उन्हें ओदी जोरों चुक ली, उन्हें फूकता गामड़ा। हुण जिन्हें 14 दिन रमायण रामलीला वेखी होवे, वो एक लाइन में किवें पूरा आवे? कहंदा भी मतलब मैं समझिया नहीं। कहंदा गल इन्नी है जी भी जिहड़ा रावण सी, उन्हें श्री रामचंद्र जी की जिहड़ी सुपत्नी सी माता सीता, उन्होंने चुक लिया। ये रमायण है। तो रामचंद्र जी नूं गुस्सा आ गया, उन्होंने ओदी लंका फूकती। गल तो ठीक है, हुण इहदे जात कथनी तो कोई है नहीं, पर गल इदां नटछल भी की जा सकती है। हुण महाभारत की है? विनाश है, होर कुछ भी नहीं है। बड़ी वड्डी जंग है, पर जे उहदे विस्तार विच जाओगे तो बड़ा कुछ निकल के आएगा। सूरज ग्रहण का मेला है, कुरुक्षेत्र की धरती है। गुरु साहब के हुक्म नाल हिरण नूं कट वढ़ के राणी ते राणी दे पुत्र ने रिन्हना शुरू कर दिता, बनाउणा शुरू कर दिता। उत्थे कौन कौन आए ने? सन्यासी आए ने, 4 वर्णां दे 4 आश्रमां दे लोग आए ने, 6 दर्शनां दे लोग आए ने। दर्शन का अर्थ एक जिवें आपां कोई दर्शन सिंह रख लिया, किसी ने दर्शन कुमार रख लिया। दर्शन का अर्थ ये भी है, मैं तुहाडे दर्शन कर ले, तुसी मेरे कर ले। दर्शन का अर्थ मत भी है, धर्म भी है। इत्थे धर्म तो भाव है वखरे वखरे मतां दे 6 मतां दे लोग होर भी आए सी। उन्होंने कलेश पा लिया भी ये की अग बालण का की मतलब है। फिर अग तो चलो बाली सो बाली, उतों तुसी मास रिन्हना शुरू कर दिता है, इहदा की मतलब है? गुरु जी नूं कहण लगे भी असीं तैनूं मारांगे। उन्हें डंडे चुक ले। गुरु जी कहण लगे जे ते मारना आए हो तो मारो, मैं तो नहीं रोकांगा तुहानूं, पर जे मेरे नाल बैठ के तुसी चर्चा करनी है, गलबात करनी है, तो मैं तुहाडे नाल गलबात करन लई तैयार हाँ। मैं शायद कल भी बेनती की सी जां 2 दिन पहला की सी। वेखो हर गल की हैंडलिंग का एक तरीका हुंदा है। हुण घर वाले ने कहा घर वाली नूं भी मैं तेरे चपेड़ मारनी है, तो जो कहे भी मार ला। मैं लिख के देना कि 99.9% वो बंदा मार ही नहीं सकेगा। तो जो कहे भी मैं चपेड़ मारनी, तो अगों कहे मार के विखा, तो फिर सैंपल तो पेश करना ही पेगा ना। देखो फिर तो उन्होंने मारनी पवेगी ना। कुछ कहती मार के विखा। लड़ाई वधाउण दे विच सामने वाले दा, ये ठीक है लड़न विच एक बंदे दा हथ है, पर लड़ाई नूं वधाउण विच दूजे दा भी हथ हैगा। जे अगला कहे भी ठीक है मार लो जी, मैं तुहाडी पत्नी हाँ जां मैं इस्त्री हाँ, मैं तुहानूं की कहना है, एक दियां 2 मार लो, बंदा उत्थे ही ठंडा हो जाएगा भी मैं मूर्ख हाँ, मैं किहड़ी गलती करन लग्या। तो जे वह कहे भी मार के विखाओ, तो फिर बई अगला एग्जाम्पल तो पेश करेगा ही करेगा। फिर तो कन्ना ते पई लो। गुरु साहब कहन लगे जे मैनू मारना ही चाहुंदे हो तो मारो, मैनू तो कोई इतराज नहीं, पर जे तुसी गल करनी चाहुंदे हो भी अग क्यों बाली है, ये मिर्ग चुल्हे ते क्यों रिन्हना शुरू किया है, तो आके गलबात कर लो। वो कहते जी गलबात कर लो।
ਹੁਣ ਸਾਡੀ ਗਲਤੀ ਕੀ ਹੈ? ਅਮੂਮਨ ਜਦੋਂ ਅਸੀਂ ਕਿਸੇ ਨਾਲ ਟੇਬਲ ਟਾਕ ਕਰਦੇ ਹਾਂ, ਡਿਬੇਟ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਸਾਡੀ ਗਲਤੀ ਹੁੰਦੀ ਹੈ ਕਿ ਅਸੀਂ ਅਗਲੇ ਨੂੰ ਮੂਰਖ ਸਮਝਦੇ ਹਾਂ। ਪਰ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜ਼ਿੰਦਗੀ 'ਚ ਇੱਕ ਫੈਸਲਾ ਕਰ ਲਓ। ਇਹ ਬਜ਼ੁਰਗਾਂ ਨੇ ਕਿਹਾ ਹੋਇਆ ਹੈ, ਕਹਿ ਤਾਂ ਉਹਨਾਂ ਨੇ ਦੂਜੀ ਸੈਂਸ ਵਿੱਚ, ਉਹ ਕਹਿੰਦੇ ਪੁੱਤਰ ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝੀਦਾ। ਜੇ ਤੁਸੀਂ ਕਿਸੇ ਨੂੰ ਦੁਸ਼ਮਣ, ਜਾਂ ਤੇ ਦੁਸ਼ਮਣ ਮੰਨੋ ਨਾ। ਪਹਿਲੀ ਗੱਲ ਤੇ ਪਾਠ ਸਭ ਤੋਂ ਵਧੀਆ ਵੀ ਤੁਸੀਂ ਮੰਨੋ। ਅਗਲਾ ਕਵੇ ਮੈਂ ਦੁਸ਼ਮਣ ਹਾਂ, ਉਹਨੂੰ ਕਹੋ ਜੀ ਮੈਂ ਨਹੀਂ ਮੰਨਦਾ, ਮੈਂ ਤਾਂ ਤੁਹਾਨੂੰ ਆਪਣਾ ਭਰਾ ਮੰਨਦਾ, ਮਿੱਤਰ ਮੰਨਦਾ, ਆਪੇ ਗੱਲ ਮੁੱਕ ਜੇਗੀ। ਪਰ ਜੇ ਦੁਸ਼ਮਣ ਮੰਨੋ, ਫਿਰ ਦੂਜੀ ਗਲਤੀ ਕਦੇ ਨਾ ਕਰਿਓ ਵੀ ਤੁਸੀਂ ਉਹਨੂੰ ਕਮਜ਼ੋਰ ਮੰਨੋ। ਇਹ ਮਿਸਟੇਕ ਕਦੇ ਨਹੀਂ ਕਰਨੀ। ਉਹ ਕਹਿਣ ਲੱਗੇ ਜੀ ਅਸੀਂ ਚਰਚਾ ਕਰਨ ਲਈ ਤਿਆਰ ਹਾਂ। ਆ ਗਏ ਸਤਿਗੁਰੂ ਜੀ ਨੇ ਪਹਿਲਾ ਸ਼ਬਦ ਉਚਾਰਿਆ। ਪਹਿਲਾ ਸ਼ਬਦ ਸੀ ਸ਼ਲੋਕ ਮਹੱਲਾ ਪਹਿਲਾ। ਪਹਿਲਾ ਮਾਸੋ ਨਿਮਿਆ, ਮਾਸੇ ਅੰਦਰ ਵਾਸ। ਸਤਿਗੁਰੂ ਕਹਿੰਦੇ ਵੀ ਤੁਸੀਂ ਆ ਗਏ ਹੋ, ਮਾਸ ਕਿਉਂ ਰਿੰਨਿਆ? ਪਰ ਤੁਸੀਂ ਜਿੰਨੇ ਬੰਦੇ ਮੇਰੇ ਕੋਲ ਆਏ ਹੋ, ਪਹਿਲਾਂ ਇਹ ਦੱਸੋ ਵੀ ਜਿਹੜਾ ਮਾਂ ਦੇ ਗਰਭ ਵਿੱਚ ਬੱਚਾ ਨਿੰਮਿਆ ਜਾਂਦਾ ਹੈ, ਉਹ ਕਿਵੇਂ? ਕਹਿੰਦੇ ਮਾਸ ਨਾਲ। ਫਿਰ ਜਿੱਥੇ ਬੱਚਾ ਬਣਦਾ ਹੈ, ਜਿੱਥੇ ਬੱਚੇ ਦੀ ਘਾੜਤ ਘੜੀ ਜਾਂਦੀ ਹੈ, ਉਹ ਮਾਂ ਦਾ ਗਰਭ ਜਿਹੜਾ ਹੈ ਉਹ ਕੀ ਹੈ? ਕਹਿੰਦੇ ਉਹ ਵੀ ਮਾਸ ਹੈ। ਹੁਣ ਜਦੋਂ ਬੱਚਾ ਜੰਮਦਾ ਹੈ, ਦਾਈ, ਨਰਸ, ਡਾਕਟਰ ਜਦੋਂ ਬੱਚਾ ਲੇਬਰ ਰੂਮ ਦੇ ਵਿੱਚੋਂ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਉਹ ਲਿਆ ਕੇ ਤੁਹਾਨੂੰ ਫੜਾਉਂਦੇ ਨੇ ਵੀ ਆਹ ਲਓ ਜੀ ਕਾਕਾ ਹੋਇਆ, ਲੜਕੀ ਹੋਈ। ਉਹ ਕੀ ਹੈ? ਉਹ ਕੋਈ ਮੈਟਲ ਦੀ ਵਸਤੂ ਥੋੜ੍ਹਾ ਹੁੰਦੀ ਹੈ, ਉਹ ਵੀ ਮਾਸ ਹੈ। ਫਿਰ ਸਤਿਗੁਰੂ ਕਹਿੰਦੇ ਮੂੰਹ ਮਾਸ ਦਾ, ਮੂੰਹ ਦੇ ਵਿੱਚ ਜਿਹੜੀ ਜ਼ੁਬਾਨ ਹੈ ਉਹ ਵੀ ਮਾਸ ਦੀ ਹੈ। ਫਿਰ ਜਦੋਂ ਤੁਸੀਂ ਬੱਚੇ ਨੂੰ ਦੁੱਧ ਪਿਆਇਆ, ਜਿਹੜਾ ਮਾਂ ਨੇ ਥਣ ਬੱਚੇ ਦੇ ਮੂੰਹ ਵਿੱਚ ਪਾਇਆ, ਉਹ ਵੀ ਮਾਸ ਦਾ। ਫਿਰ ਬੱਚਾ ਵੱਡਾ ਹੋ ਗਿਆ, ਤੁਸੀਂ ਵਿਆਹੁਣ ਚਲੇ ਗਏ, ਤੇ ਜਿਹੜੀ ਵਹੁਟੀ ਲਿਆਂਦੀ ਉਹ ਕਿਹੜੀ ਸਟੀਲ ਦੀ ਹੈ? ਉਹ ਵੀ ਮਾਸ ਦੀ ਹੈ। ਹਾਰਡ ਮਾਸ ਨਾੜੀ ਕੋ ਪਿੰਜਰ। ਆ ਜਿੰਨਾ ਸਾਡਾ ਸਰੀਰ ਹੈ ਇਹ ਕਾਹਦਾ ਹੈ? ਹੱਡੀਆਂ ਦਾ ਤੇ ਮਾਸ ਦਾ ਸਰੀਰ ਹੈ। ਸਤਿਗੁਰੂ ਜੀ ਨੇ ਇਹ ਸਾਰਾ ਸ਼ਬਦ ਉਚਾਰਿਆ। ਜਿਹੜੇ ਬਹੁਤੇ ਪੰਡਤ ਸੀ, ਸੰਨਿਆਸੀ ਸੀ, ਉਹ ਤਾਂ ਕਰ ਗਏ ਚੁੱਪ। ਹੁਣ ਉਹਨਾਂ ਨੇ ਇੱਕ ਨਾਨੂ ਪੰਡਤ ਨੂੰ ਅੱਗੇ ਕੀਤਾ। ਉਹ ਕੌਣ ਹੈ? ਉਹ ਇੱਕ ਵਿਦਵਾਨ ਪੰਡਤ ਹੈ। ਉਹਦੇ ਮਾਪਿਓ ਨੇ ਉਹਦਾ ਨਾਂ ਰੱਖਿਆ ਨਾਨੂ। ਪਰ ਉਹਨੇ ਪੜ੍ਹ ਕੇ ਕਿਤੇ ਉਹ ਸੁਣ ਲਿਆ ਕਿ ਇਸ ਯੁੱਗ ਵਿੱਚ ਇੱਕ ਅਵਤਾਰੀ ਪੁਰਖ ਆਏਗਾ, ਉਹਦਾ ਨਾਂ ਨਾਨਕ ਹੈ, ਨਾਨਕ ਚੰਦ। ਉਹਨੇ ਕੀ ਕੀਤਾ? ਆਪਣਾ ਨਾਂ ਡਿਕਲੇਅਰ ਕਰ ਦਿੱਤਾ। ਉਹਨੇ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਮੇਰਾ ਨਾਂ ਨਾਨਕ ਚੰਦ ਹੈ, ਮੈਂ ਨਾਨਕ ਚੰਦ ਹਾਂ। ਚਲੋ ਜਿਹੜੇ ਨਹੀਂ ਜਾਣਦੇ ਲੋਕ ਸੀ ਉਹਨਾਂ ਨੇ ਉਹਦੀ ਪੂਜਾ ਮਾਨਤਾ ਵੀ ਕੀਤੀ, ਕਿਉਂਕਿ ਹੈ ਤਾਂ ਨਕਲੀ ਡੀਐਸਪੀ ਸੀ ਨਾ, ਅਸਲੀ ਤਾਂ ਹੈ ਨਹੀਂ ਸੀ। ਅਸਲੀ ਨਾਨਕ ਚੰਦ ਤੇ ਗੁਰੂ ਨਾਨਕ ਸਾਹਿਬ ਹੀ ਸਨ। ਉਹਨੇ ਆਪਣਾ ਨਾਂ ਜਿਹੜਾ ਸੀ ਉਹ ਗੁਰੂ ਨਾਨਕ ਸਾਹਿਬ ਵਾਲਾ ਵਰਤਣਾ ਸ਼ੁਰੂ ਕਰ ਦਿੱਤਾ। ਉਹ ਵੀ ਕੁਰੂਕਸ਼ੇਤਰ ਆਇਆ ਸੀ। ਹੁਣ ਪੰਡਤਾਂ ਨੇ, ਬ੍ਰਾਹਮਣਾਂ ਨੇ, ਸੰਨਿਆਸੀਆਂ ਨੇ ਨਾਨੂ ਨੂੰ ਕਿਹਾ ਵੀ ਤੂੰ ਕਹਿੰਦਾ ਮੈਨੂੰ ਬੜੀ ਵਿਦਿਆ ਆਉਂਦੀ, ਚੱਲ ਕਰ ਅੱਗੇ ਕਰ ਗੱਲ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਅੱਗੇ ਕੋਈ ਬੋਲ ਨਹੀਂ ਸੀ ਪਾ ਰਿਹਾ। ਨਾਨੂ ਪੰਡਤ ਬੋਲਣ ਲੱਗਾ, ਵੇਦਾਂ ਦੀ, ਸ਼ਸਤਰਾਂ ਦੀ ਗੱਲ ਕਰਨ ਲੱਗਾ, ਤੇ ਸਤਿਗੁਰਾਂ ਨੇ ਦਬਾਤਾ। ਜਦੋਂ ਤੱਕਿਆ ਤੇ ਉਹਦੀ ਵਿਦਿਆ ਤੇ ਵਿਚਾਰੇ ਦੀ ਉੱਡ ਗਈ ਸਾਰੀ। ਔਰ ਇਹ ਗੱਲ ਧਿਆਨ ਰੱਖਣਾ, ਲੜਾਈ ਝਗੜੇ ਦੀ ਗੱਲ ਕਦੇ ਕੋਈ ਵਿਦਵਾਨ ਨਹੀਂ ਕਰੇਗਾ। ਜਿੰਨਾ ਚਿਰ ਤੁਹਾਡੇ ਕੋਲ ਸਵਾਲਾਂ ਦੇ ਜਵਾਬ ਹੈਗੇ ਨੇ, ਤੁਸੀਂ ਕੀ ਕਰੋਗੇ? ਅਗਲਾ ਕਹੇਗਾ ਆਹ ਗੱਲ, ਤੁਸੀਂ ਕਹੋ ਜੀ ਆਹ ਲਓ ਕਾਗਜ਼। ਅਗਲਾ ਕਹੇਗਾ ਆਹ ਗੱਲ, ਤੁਸੀਂ ਕਹੋ ਜੀ ਆਹ ਲਓ ਪ੍ਰੂਫ। ਹੁਣ ਜਦੋਂ ਤੁਹਾਨੂੰ ਅਗਲੇ ਦੀਆਂ ਗੱਲਾਂ ਦਾ ਜਵਾਬ ਨਹੀਂ ਆਏਗਾ, ਫਿਰ ਤੁਸੀਂ ਲੜਨ ਤੇ ਉਤਰ ਆਓਗੇ। ਉਹਨਾਂ ਚਿਰ ਬੰਦਾ ਨਹੀਂ ਲੜਦਾ ਜਿੰਨਾ ਚਿਰ ਅਪਰ ਹੈਂਡ ਹੋਵੇ। ਉਹਨਾਂ ਚਿਰ ਕੋਈ ਡੰਡਾ ਨਹੀਂ ਜੇ ਚੁੱਕਦਾ, ਕੋਈ ਗਾਲੀ ਨਹੀਂ ਜੇ ਕੱਢਦਾ, ਸਗੋਂ ਹੱਸ ਕੇ ਅਗਲਾ ਜਵਾਬ ਦਿੰਦਾ ਹੈ। ਪਰ ਜਦੋਂ ਗੱਲਾਂ ਆਉਣੀਆਂ ਹਟ ਜਾਣ, ਜਵਾਬ ਸੁਝਣੇ ਹਟ ਜਾਣ, ਜਦੋਂ ਆਪਣੇ ਆਪ ਨੂੰ
ਬੰਦਾ ਕਮਜ਼ੋਰ ਸਮਝੇ ਤੇ ਫਿਰ ਉਹਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਹੈ। ਹੁਣ ਸਤਿਗੁਰੂ ਜੀ ਨੂੰ ਕੀ ਲੋੜ ਸੀ ਗੁੱਸਾ ਕਰਨ ਦੀ? ਨਾਨੂ ਪੰਡਤ ਨੂੰ ਜਦੋਂ ਸਤਿਗੁਰਾਂ ਨੇ ਦਬਾ ਦਿੱਤਾ, ਹੁਣ ਉਹਨੂੰ ਨਿਵੇਦਾਂ 'ਚੋਂ ਤੇ ਲੱਭਾ ਕੁਝ ਨਹੀਂ, ਨਾ ਸਿਮਰਤੀਆਂ 'ਚੋਂ, ਨਾ ਸ਼ਾਸਤਰਾਂ 'ਚੋਂ, ਨਾ ਪੁਰਾਣਾਂ 'ਚੋਂ। ਕਹਿਣ ਲੱਗਾ ਜੀ ਮੈਨੂੰ ਇੱਕ ਦੱਸੋ ਵੀ ਅੱਜ ਸੂਰਜ ਗ੍ਰਹਿਣ ਹੈਗਾ? ਸਤਿਗੁਰੂ ਕਹਿੰਦੇ ਹੈਗਾ। ਤੁਸੀਂ ਅੱਗ ਬਾਲੀ ਹੈ? ਸਤਿਗੁਰੂ ਕਹਿੰਦੇ ਬਾਲੀ ਹੈ। ਤੁਸਾਂ ਨੇ ਰਾਣੀ ਦੇ ਪੁੱਤਰ ਨੂੰ ਕਹਿ ਕੇ ਮਾਸ ਰਿੰਨਣਾ ਕਰਵਾਇਆ? ਸਤਿਗੁਰੂ ਕਹਿੰਦੇ ਭਾਈ ਕਰਾਇਆ। ਕਿਉਂ ਕਰਾਇਆ ਜੀ? ਵੇਖੋ ਅੱਧੀ ਲੜਾਈ ਤਾਂ ਕਿਉਂ ਦੀ ਹੈ। ਸਾਡੇ ਵਿੱਚ ਇੱਕ ਵਰਡ ਹੈ, ਉਹ ਕਹਿੰਦੇ ਜਿਹੜਾ ਕਿਉਂ ਵਰਡ ਸ਼ਬਦ ਹੈ ਨਾ, ਇਹ ਆਪਣੇ ਆਪ ਦੇ ਵਿੱਚ ਅੱਧਾ ਪੌੜਾ ਹੈ। ਵੀ ਜਦੋਂ ਤੁਸੀਂ ਕਿਉਂ ਕਹਿਣਾ ਸ਼ੁਰੂ ਕੀਤਾ ਉਦੋਂ ਸਮਝ ਲਓ ਵੀ ਹੁਣ ਲੜਾਈ ਸ਼ੁਰੂ ਹੋਣ ਵਾਲੀ ਹੈ। ਹੁਣ ਇਹ ਜਿਹੜਾ ਮਾਹੌਲ ਠੀਕ ਠਾਕ ਤੁਰਿਆ ਆਉਂਦਾ ਸੀਗਾ, ਇਹ ਹੁਣ ਬਦਲ ਜਾਏਗਾ। ਇੱਥੇ ਫਿਰ ਸਤਿਗੁਰੂ ਜੀ ਨੇ ਦੂਜਾ ਸ਼ਲੋਕ ਉਚਾਰਿਆ। ਉਹ ਸ਼ਲੋਕ ਸੀਗਾ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੇ ਪਾਪ ਸਮਾਣੇ। ਇਹ ਸਾਰੇ ਸ਼ਬਦ ਦੇ ਅਰਥ ਆਪਾਂ ਨੇ ਕੱਲ ਸੁਣੇ ਸੀ। ਹਾਂਜੀ। ਮਾਸ ਮਾਸ ਕਰ ਕਹੇ ਅਗਿਆਨੀ, ਮੂਰਖ ਝਗਰੇ ਆਣ ਗੁਮਾਨੀ। ਮਾਸ ਦੇ ਨਾਂ ਤੇ ਝਗੜਾ ਮੂਰਖ ਲੋਕ ਕਰਦੇ ਨੇ। ਮਾਸ ਇੱਕ ਸਬਜੈਕਟ ਹੈ। ਤੁਸੀਂ ਖਾਂਦੇ ਹੋ, ਖਾਓ, ਨਹੀਂ ਖਾਂਦੇ ਬਿਲਕੁਲ ਨਾ ਖਾਓ। ਮਾਸ ਖਾਣਾ ਕੋਈ ਟੌਨਕ ਨਹੀਂ ਹੈ, ਕੋਈ ਵਿਟਾਮਿਨ ਨਹੀਂ ਹੈ। ਇਹ ਵੀ ਨਹੀਂ ਹੈਗਾ ਕਿ ਜਿਹੜੇ ਨਹੀਂ ਖਾਂਦੇ ਉਹ ਲੋਕ ਮਰ ਜਾਂਦੇ ਨੇ, ਐਸਾ ਨਹੀਂ ਹੈਗਾ। ਅੱਜ ਤੁਸੀਂ ਵਿਦੇਸ਼ਾਂ ਵਿੱਚ ਜਾਓ, ਤੁਹਾਨੂੰ ਪਤਾ ਲੱਗੇਗਾ ਨਿਊਯਾਰਕ ਦੇ ਵਿੱਚ ਲੋਕ 5-5 6-6 ਘੰਟੇ ਚਲਾ ਕੇ ਦਾਲਾਂ ਸਬਜ਼ੀਆਂ ਖਰੀਦਣ ਆਉਂਦੇ ਹੁੰਦੇ ਸੀ। ਉੱਥੇ ਵੈਜੀਟੇਰੀਅਨ ਕੁਝ ਹੁੰਦਾ ਹੀ ਨਹੀਂ ਸੀਗਾ। ਅੱਜ ਉੱਥੇ ਜਾਓਗੇ ਤੇ ਵੱਡੇ ਵੱਡੇ ਮੌਲ ਖੁੱਲ੍ਹ ਗਏ। ਕਿਸੇ ਦਾ ਨਾ ਹੀ ਸਬਜ਼ੀ ਮੰਡੀ ਹੈ, ਕਿਸੇ ਦਾ ਨਾ ਹੀ ਆਪਣਾ ਬਾਜ਼ਾਰ ਹੈ, ਕਿਸੇ ਦਾ ਨਾ ਹੀ ਪਟੇਲ ਹੈ, ਸਾਰੇ ਇੰਡੀਅਨ ਨੇ। ਔਰ ਤੁਸੀਂ ਹੈਰਾਨ ਹੋਵੋਗੇ, ਜਿਹੜੀ ਤੁਲਸੀ ਤੁਹਾਨੂੰ ਇੱਥੇ ਨਹੀਂ ਮਿਲਦੀ, ਅਲਸੀ ਇੱਥੇ ਨਹੀਂ ਮਿਲਦੀ, ਜਿਹੜਾ ਜੀਰਾ ਇੱਥੇ ਨਹੀਂ ਮਿਲਦਾ, ਉੱਥੇ ਤੁਹਾਨੂੰ 10 ਕਿਸਮ ਦਾ ਮਿਲੇਗਾ। ਇੰਨੀ ਗੁਣਵੰਤਾ ਉੱਥੇ ਪਦਾਰਥਾਂ ਦੀ ਅੱਜ ਮੌਜੂਦ ਹੈ। ਇੰਨੀਆਂ ਸਬਜ਼ੀਆਂ, ਇੰਨੇ ਫਰੂਟ ਇੱਥੇ ਹਰ ਜਗ੍ਹਾ ਅਵੇਲੇਬਲ ਨਹੀਂ ਹੈਗੇ। ਉਹਦਾ ਕਾਰਨ ਕਸਟਮਰ ਨਹੀਂ ਹੈਗੇ। ਮੈਂ ਤਾਂ ਆਪ ਜੀ ਨੂੰ ਦੱਸਿਆ 1999 ਤੇ ਇੱਕ ਸੱਜਣ ਆਨੰਦਪੁਰ ਸਾਹਿਬ ਪਪੀਤਾ ਲੈਣ ਚਲਾ ਗਿਆ। ਹੁਣ ਉਹਨੇ ਪੁੱਛਿਆ ਫਰੂਟ ਵਾਲੇ ਨੂੰ ਪਪੀਤਾ ਹੈਗਾ? ਤੇ ਫਰੂਟ ਵਾਲੇ ਨੇ ਨਹੀਂ ਕਿਹਾ ਵੀ ਨਹੀਂ ਹੈਗਾ। ਕਹਿੰਦਾ ਸਰ ਜੀ ਦਿੱਲੀੋਂ ਆਏ ਹੋ? ਉਹ ਕਹਿੰਦਾ ਕੀ ਮਤਲਬ? ਕਹਿੰਦਾ ਉਹ ਦਿੱਲੀ ਵਾਲੇ ਹੀ ਖਾਂਦੇ ਨੇ, ਵੀ ਆਨੰਦਪੁਰ ਸਾਹਿਬ 'ਚ ਕੋਈ ਖਾਂਦਾ ਹੋਵੇ ਤਾਂ ਉਹ ਵੀ ਲੈ ਆਵੇ ਵਿਚਾਰਾ। ਇਹ ਗੱਲ 1999 ਦੀ ਹੈ, ਅੱਜ ਤੋਂ 22 ਸਾਲ ਪੁਰਾਣੀ ਗੱਲ ਹੈ। ਤੋ ਇਸ ਕਰਕੇ ਜਦੋਂ ਤੁਸੀਂ ਕਥਾ ਨੂੰ ਸੁਣਦੇ ਹੋ, ਬੜੀ ਤਵੱਜੋ ਦਿਓ, ਬੜਾ ਧਿਆਨ ਦਿਓ, ਤੁਹਾਨੂੰ ਬਹੁਤ ਕੁਝ ਸਿੱਖਣ ਵਾਸਤੇ ਇਹਦੇ 'ਚੋਂ ਮਿਲੇਗਾ। ਮੈਂ ਫਿਰ ਬੇਨਤੀ ਕਰਾਂ, ਖਾਣਾ ਨਹੀਂ ਖਾਣਾ ਇਹ ਤੁਹਾਡਾ ਵਿਵੇਕ ਹੈ, ਪਰ ਸਤਿਗੁਰੂ ਕਹਿੰਦੇ ਮਾਸ ਦੇ ਨਾਂ ਤੇ ਝਗੜਾ ਕਰਨਾ ਇਹ ਮੂਰਖ ਦਾ ਕੰਮ ਹੈ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਮਾਸ ਮਾਸ ਕਰਕੇ ਅਗਿਆਨੀ, ਮੂਰਖ ਝਗਰੇ ਆਣ ਗੁਮਾਨੀ। ਇਹ ਲੜਾਈ ਕਾਹਦੀ ਹੈ? ਲੜਾਈ ਵਿਵੇਕ ਦੀ ਨਹੀਂ ਹੈ। ਕਦੇ ਗਿਆਨ ਨਹੀਂ ਜੇ ਲੜਦਾ, ਇਹ ਚੇਤਾ ਰੱਖਣਾ। ਜਦੋਂ ਲੜੇਗਾ ਤੁਹਾਡਾ ਹੰਕਾਰ ਲੜੇਗਾ। ਜੇ ਤੁਸੀਂ ਕਹੋ ਨਾ ਵੀ ਦੋ ਗਿਆਨੀ ਲੜ ਪੈਣਗੇ, ਨਾ ਨਾ ਨਾ, ਦੋ ਗਿਆਨੀ ਰਲੇ ਤੇ ਰੰਗ ਬੰਨ ਦੇਣਗੇ, ਇੱਕ ਤੋਂ ਇੱਕ ਸਿਆਣੀ ਗੱਲ ਸੁਣਾਉਣਗੇ ਤੁਹਾਨੂੰ। ਪਰ ਜਦੋਂ ਦੋ ਹੰਕਾਰੀ ਰਲ ਗਏ ਤੇ ਫਿਰ ਉੱਥੇ ਲੜਾਈ ਸ਼ੁਰੂ ਹੋ ਜਾਏਗੀ। ਹਾਂਜੀ। ਗਿਆਨ ਬੈਣ ਕੋ ਸਮਝੈ ਨਾਹੀ,
ਰਚੇ ਦੰਭ ਨਿਜ ਮਾਨ ਬੁਧਾਹੀ। ਗਿਆਨ ਦੇ ਬਚਨ ਦੁਨੀਆ ਸਮਝਦੀ ਨਹੀਂ। ਪਖੰਡ ਕਰਦੇ ਨੇ ਲੋਕ ਤੇ ਆਪਣਾ ਹੰਕਾਰ ਵਧਾਉਂਦੇ ਨੇ। ਜਿੰਨੇ ਪਖੰਡੀ ਲੋਕ ਨੇ ਇਕੱਲੇ ਪਖੰਡੀ ਨਹੀਂ ਹੁੰਦੇ। ਦੇਖੋ ਜੇ ਇਕੱਲਾ ਭੇਖ ਹੀ ਹੋਵੇ ਤਾਂ ਕੋਈ ਡਰ ਨਹੀਂ। ਅਸਲ ਵਿੱਚ ਭੇਖੀ ਮਨੁੱਖ ਹੰਕਾਰੀ ਵੀ ਹੁੰਦਾ ਹੈ। ਹੁਣ ਮੰਗਤਾ ਹੈ, ਮੰਗਤੇ ਨੇ ਭੇਖ ਕੀਤਾ ਹੈ, ਝੂਠੀ ਡਰੈਸਿੰਗ ਕਰ ਲਈ, ਮੇਰੇ ਸੱਟ ਲੱਗੀ ਹੈ ਜੀ, ਲਹੂ ਵਗ ਰਿਹਾ ਹੈ ਜੀ, ਮੇਰੀ ਲੱਤ ਟੁੱਟ ਗਈ ਹੈ ਜੀ। ਕਿਸੇ ਨੂੰ ਕੀ ਇਤਰਾਜ਼ ਹੈ? ਕੋਈ 2 ਰੁਪਈਏ ਦੇ ਜਾਏਗਾ, ਕੋਈ ਨਹੀਂ ਦੇ ਜਾਏਗਾ। ਪਰ ਜੇ ਦੰਭ ਦੇ ਵਿੱਚ ਹੰਕਾਰ ਹੋਵੇ, ਪਖੰਡੀ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਇਹ ਲੋਕ ਝਗੜੇ ਕਰਦੇ ਨੇ। ਇਹ ਲੋਕ ਝਗੜਿਆਂ ਨੂੰ ਜਨਮ ਦਿੰਦੇ ਨੇ। ਹਾਂਜੀ। ਆਤਮ ਰੂਪ ਪੁਲਾਵਣ ਜੋਈ, ਲਖੇ ਸਤ ਤਨ ਆਮਖ ਸੋਈ। ਜਿਹੜੇ ਆਤਮ ਰੂਪ ਤੋਂ ਭੁੱਲੇ ਹੋਏ ਨੇ, ਜਿਹੜੇ ਨਹੀਂ ਜਾਣਦੇ ਰੱਬ ਕੌਣ ਹੈ, ਰੱਬ ਕਿੱਥੇ ਹੈ, ਆਤਮਾ ਕੀ ਹੈ, ਜਿਹੜੇ ਨਹੀਂ ਜਾਣਦੇ ਪਰਮਾਤਮਾ ਕੀ ਹੈ, ਲਖੇ ਸਤ ਤਨ ਆਮਖ ਸੋਈ, ਉਹ ਜਾਣਦੇ ਨੇ। ਕਿ ਅਸਲ ਵਿੱਚ ਮਾਸ ਦਾ ਸੱਚ ਕੀ ਹੈ। ਮਾਸ ਤੇ ਤੁਹਾਡਾ ਸਰੀਰ ਵੀ ਹੈ, ਇਹ ਵੀ ਮਾਸ ਦਾ ਹੀ ਬਣਿਆ ਹੋਇਆ ਹੈ। ਹਾਂਜੀ। ਆਤਮ ਤੀਨੋ ਕਾਲ ਨਿਰਾਲਾ, ਲਿਪੇ ਨਾ ਕਹਿ ਤੇ ਰਹਿਤ ਉਜਾਲਾ। ਆਤਮਾ ਜਿਹੜੀ ਇਹ 3 ਕਾਲਾਂ ਵਿੱਚ ਰਹਿੰਦੀ ਹੈ। ਕੋਈ ਵਕਤ ਐਸਾ ਨਹੀਂ ਹੈ, ਇਹ ਨਹੀਂ ਕਿ ਆਤਮਾ ਭੂਤ ਵਿੱਚ ਨਹੀਂ ਸੀ, ਅੱਜ ਭਵਿੱਖ ਵਿੱਚ ਹੈਗੀ, ਅੱਜ ਵਰਤਮਾਨ ਵਿੱਚ ਹੈਗੀ ਹੈ, ਅੱਗੇ ਭਵਿੱਖ ਵਿੱਚ ਨਹੀਂ ਹੋਏਗੀ। ਨਹੀਂ, ਇਹ 3 ਕਾਲਾਂ ਵਿੱਚ ਹੈ। ਇਹ ਪ੍ਰੈਜੈਂਟ ਅੱਜ ਦੇ ਟਾਈਮ ਦੇ ਵਿੱਚ ਵੀ ਹੈ। ਜਿਹੜਾ ਸਮਾਂ ਪਾਸਟ ਹੋ ਗਿਆ ਉਹਦੇ ਵਿੱਚ ਵੀ ਹੈਗੀ ਸੀ, ਅੱਗੇ ਜਿਹੜਾ ਫਿਊਚਰ ਹੈ ਉਹਦੇ ਵਿੱਚ ਵੀ ਹੋਏਗੀ। ਆਤਮਾ ਨਹੀਂ ਮਰਦੀ, ਬੰਦਾ ਮਰਦਾ ਹੈ। ਆਤਮਾ ਸਤ ਸਰੂਪ ਹੈ। ਹਾਂਜੀ। ਦੇਹ ਅਸਤ ਦਿਸੈ ਬਿਦ ਤਾਰੀ, ਆਏ ਜੇ ਪ੍ਰਾਹਰ ਬਦ ਅਨੁਸਾਰੀ। ਸਰੀਰ ਪ੍ਰਗਟ ਰੂਪ ਵਿੱਚ ਦਿਸਦਾ ਹੈ, ਆਤਮਾ ਨਹੀਂ ਦਿਸਦੀ। ਪਰ ਜਿਹੜੇ ਸਰੀਰ ਨੇ ਇਹ ਤੁਹਾਡੀ ਪੂਰਬਲੇ ਕਰਮਾਂ ਦੀ ਪਰਾਲਬਧ ਹੈ। ਹੁਣ ਤੁਸੀਂ ਵੇਖਿਆ ਹੋਗਾ ਕਈ ਬੱਚੇ ਜੰਮਦੇ ਹੀ ਅਪਾਹਜ ਹੁੰਦੇ ਨੇ, ਤੇ ਕਈ ਬੱਚੇ ਜੰਮਦੇ ਹੀ ਬੜੇ ਸੋਹਣੇ ਹੁੰਦੇ ਨੇ। ਕਈ ਬੱਚੇ ਜੰਮਦੇ ਹੀ ਗਰੀਬ ਹੁੰਦੇ ਨੇ, ਕਈ ਬੱਚੇ ਜੰਮਦੇ ਹੀ ਬਾਦਸ਼ਾਹ ਹੁੰਦੇ ਨੇ, ਅਰਬਾਂ ਖਰਬਾਂ ਦੇ ਮਾਲਕ ਹੋ ਜਾਂਦੇ ਨੇ ਜਿੱਦਣ ਜੰਮਦੇ ਨੇ ਉਹ। ਇਹ ਸਾਰਾ ਕੁਝ ਜਿਹੜਾ ਹੈ, ਇਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਪ੍ਰਾਰਬਧ। ਇਹ ਜਿਹੜਾ ਤੁਹਾਡੇ ਪੂਰਬਲੇ ਕਰਮਾਂ ਦਾ ਹਿਸਾਬ ਕਿਤਾਬ ਹੈ, ਇਹ ਉਹਦੇ ਅਨੁਸਾਰ ਹੈ। ਹਾਂਜੀ। ਲੱਖ ਕੇ ਸ਼ਾਸਤਰ ਵਿਦ ਸੰਯੁਗਤਾ, ਹਵੈ ਨਿਰਸ਼ੰਕ ਬਣੇ ਸੋ ਭੁਗਤਾ। ਕੋਈ ਵਿਅਕਤੀ ਜਿਹੜੇ ਸ਼ਾਸਤਰ ਨੇ, ਧਰਮ ਗ੍ਰੰਥ ਨੇ, ਉਹਨਾਂ ਨੂੰ ਪੜ੍ਹੇ, ਉਹਨਾਂ ਨੂੰ ਜਾਣੇ। ਹਵੈ ਨਿਰਸ਼ੰਕ ਬਣੇ ਸੋ ਭੁਗਤਾ, ਫਿਰ ਉਹਨੂੰ ਨਿਰਸ਼ੰਕ ਹੋ ਕੇ ਇਹ ਉਸ ਦੇ ਭੋਗਣ ਹਾਰੇ ਬਣਨਾ ਚਾਹੀਦਾ ਹੈ। ਹੁਣ ਹਿੰਦੁਸਤਾਨ ਦੀ ਤਰਾਸਦੀ ਕੀ ਰਹੀ? ਇਹੀ ਤਰਾਸਦੀ ਸੀ ਕਿ ਜਦੋਂ ਬਾਹਰੋਂ ਹਮਲਾਵਰ ਆਉਂਦੇ ਸੀ ਤੇ ਇਹ ਕਹਿ ਦਿੰਦੇ ਸੀ ਨਹੀਂ ਜੀ ਅਸੀਂ ਤਾਂ ਸ਼ਸਤਰ ਚੁੱਕਣੇ ਹੀ ਨਹੀਂ। ਨਤੀਜਾ ਹਜ਼ਾਰਾਂ ਸਾਲਾਂ ਦੀਆਂ ਗੁਲਾਮੀਆਂ ਭੋਗਣੀਆਂ ਪਈਆਂ। ਹਾਂਜੀ। ਸੋ ਸਾਕ ਲਖੋ ਉਰ ਮਾਹੀ, ਪ੍ਰਾਰ ਬਦ ਭੋਗੇ ਚਿਤ ਚਾਹੀ। ਜਿਹੜਾ ਪੂਰਬਲੇ ਕਰਮਾਂ ਦੇ ਅਨੁਸਾਰ ਹੈ ਉਹ ਤੁਹਾਡੇ ਲਈ ਸਾਗ ਹੈ, ਉਹ ਤੁਹਾਡੇ ਲਈ ਮਾਸ ਨਹੀਂ ਹੈ। ਹੁਣ ਜਿਵੇਂ ਸ਼ੇਰ ਹੈ, ਹੁਣ ਸ਼ੇਰ ਵਾਸਤੇ ਤੁਸੀਂ ਕਹੋ ਜੀ ਇਹ ਮਾਸ ਕਿਉਂ ਖਾਂਦਾ ਹੈ, ਇਹ ਸਾਗ ਕਿਉਂ ਨਹੀਂ ਖਾਂਦਾ? ਵੀ ਉਹ ਖਾ ਹੀ ਨਹੀਂ ਸਕਦਾ। ਉਹਨੂੰ ਆਪਣੇ ਜਿਉਂਦੇ ਰਹਿਣ ਵਾਸਤੇ, ਆਪਣੇ ਜੀਵਨ ਵਾਸਤੇ ਉਹਦੀ ਮਜਬੂਰੀ ਹੈ ਕਿ ਉਹਨੇ ਮਾਸ ਖਾਣਾ ਹੈ। ਤਾਂ ਮੈਂ ਇਹ ਗੱਲ ਆਪ ਜੀ ਨਾਲ ਪਹਿਲਾਂ ਵੀ ਸਾਂਝੀ ਕੀਤੀ ਹੈ ਕਿ ਸ਼ੇਰ ਮਾਸ ਖਾਂਦਾ ਹੈ,
ਇਹਦੇ 'ਚ ਕੋਈ ਅਤਕਥਨੀ ਨਹੀਂ ਹੈ। ਰੋਜ਼ ਸ਼ਿਕਾਰ ਕਰਦਾ ਹੈ, ਇਹ ਵੀ ਠੀਕ ਹੈ। ਸ਼ੇਰ ਦਾ ਇੱਕ ਗੁਣ ਇਹ ਵੀ ਹੈ ਵੀ ਉਹ ਸ਼ਿਕਾਰ ਕਰਕੇ ਖਾਂਦਾ ਹੈ, ਉਹ ਮਰਿਆ ਮਾਸ ਨਹੀਂ ਖਾਂਦਾ। ਪਰ ਉਹ ਸਰਕਸ ਵਾਲਾ ਸ਼ੇਰ ਨਾ ਹੋਵੇ, ਕਿਤੇ ਚਿੜੀਆ ਘਰ ਵਾਲਾ ਸ਼ੇਰ ਹੋਵੇ ਤੇ ਤੁਸੀਂ ਕਹੋ ਜੀ ਉਹ ਤੇ ਖਾਂਦਾ ਹੈ, ਉਹ ਤੇ ਖਾਏਗਾ ਵਿਚਾਰਾ। ਜਿਹੜਾ ਤੁਹਾਡੇ ਅਧੀਨ ਆ ਗਿਆ ਤੇ ਤੁਹਾਡੇ ਵਾਲੇ ਕੰਮ ਹੀ ਕਰੇਗਾ। ਪਰ ਜੰਗਲ ਦਾ ਸ਼ੇਰ ਨਹੀਂ ਖਾਂਦਾ। ਤੀਜੀ ਗੱਲ ਕਿ ਆਪ ਜੀ ਨੂੰ ਪਤਾ ਹੈ ਕਿ ਇੱਕ ਸ਼ੇਰ ਦੇ ਇੱਕ ਜਾਨਵਰ ਰੋਜ਼ ਮਾਰਨ ਦੇ ਬਾਵਜੂਦ ਪੂਰੇ ਦਾ ਪੂਰਾ ਜੰਗਲ ਆਬਾਦ ਹੈ। ਜੇ ਜੰਗਲ ਵਿੱਚ ਸ਼ੇਰ ਨਾ ਹੁੰਦਾ ਤੇ ਸਾਡੇ ਬੰਦਿਆਂ ਨੇ ਨਾ ਤੇ ਜੰਗਲ ਛੱਡਣਾ ਸੀ, ਨਾ ਜੰਗਲ ਦੇ ਜਾਨਵਰ ਛੱਡਣੇ ਸੀ। ਅਗਰ ਅੱਜ ਕੋਈ ਜੰਗਲ 'ਚ ਡਰਦਾ ਨਹੀਂ ਵੜਦਾ ਤੇ ਸ਼ੇਰ ਤੋਂ ਡਰਦਾ ਹੈ। ਇਹ ਚੇਤਾ ਰੱਖਣਾ ਕਿ ਅਗਰ ਜੰਗਲਾਂ ਦੇ ਜੀਵ ਜੰਤੂ ਸਲਾਮਤ ਨੇ ਤੇ ਇਸ ਕਰਕੇ ਨਹੀਂ ਵੀ ਗੌਰਮੈਂਟ ਨੇ ਉਹਨਾਂ ਦੀ ਰਾਖੀ ਦਾ ਪ੍ਰਬੰਧ ਕੀਤਾ ਹੋਇਆ। ਅਮਰੀਕਾ ਵਰਗੇ ਮੁਲਕ ਤੋਂ ਆਪਣਾ ਪ੍ਰਬੰਧ ਨਹੀਂ ਹੋ ਰਿਹਾ। ਉਹ ਟਰੰਪ ਕਹਿੰਦਾ ਮਰ ਗਿਆ ਵੀ ਮੈਂ ਮੈਕਸੀਕੋ ਦੇ ਨਾਲ ਕੰਧ ਬਣਾਉਣੀ ਹੈ, ਲੋਕਾਂ ਦੇ ਟੱਪ ਜਾਂਦੇ ਨੇ। ਕੈਨੇਡਾ ਦੇ ਬਾਰਡਰ ਤੇ ਕਿਤੇ ਵੀ ਕੁਝ ਨਹੀਂ ਹੈਗਾ, ਲੋਕ ਖੇਤਾਂ 'ਚੋਂ ਹੀ ਇੱਧਰ ਉੱਧਰ ਟੱਪ ਜਾਂਦੇ ਨੇ। ਇੱਕ ਹਕੀਕਤ ਹੈ। ਜੇ ਹੁਣ ਆਪਾਂ ਕਹੀਏ ਜੀ ਜੰਗਲਾਂ ਦੇ ਜਾਨਵਰ ਸਰਕਾਰਾਂ ਨੇ ਪ੍ਰਬੰਧ ਕਰਕੇ ਸੇਫ ਕੀਤੇ ਹੋਏ ਨੇ, ਨਾ, ਸਿਰਫ ਸ਼ੇਰ ਦੀ ਬਦੌਲਤ ਨੇ। ਕਿ ਸ਼ੇਰ ਤੋਂ ਡਰਦਾ ਬੰਦਾ ਜੰਗਲ 'ਚ ਨਹੀਂ ਜਾਂਦਾ ਤੇ ਨਤੀਜਾ ਕੀ ਹੈ? ਜੰਗਲ ਦੇ ਸਾਰੇ ਜਾਨਵਰ ਸੇਫ ਨੇ। ਠੀਕ ਹੈ, ਇੱਕ ਨੂੰ ਖਾਏਗਾ ਨਾ, ਪਰ ਇੱਕ ਦੇ ਮਗਰ ਹਜ਼ਾਰਾਂ ਲੱਖਾਂ ਜਿਉਂਦੇ ਨੇ ਉੱਥੇ। ਲੱਖਾਂ ਨੂੰ ਤੇ ਉਹ ਮਾਰੇਗਾ ਨਹੀਂ, ਨਾ ਉਹ ਮਾਰਦਾ, ਨਾ ਹੀ ਉਹਦੀ ਲੋੜ ਹੈ। ਸਾਡੇ ਵਰਗਾ ਤਾਂ ਹੈ ਨਹੀਂ ਵੀ ਸਟੋਰੇਜ ਕਰਦਾ ਹੋਵੇ। ਇਸੇ ਕਰਕੇ ਸ਼ੇਰ ਦੀ ਸ਼ਾਨ ਹੈ, ਸ਼ੇਰ ਦਾ ਮਾਣ ਹੈ, ਸ਼ੇਰ ਦਾ ਨਾਮ ਹੈ, ਸਾਡਾ ਕਿਤੇ ਵੀ ਹੈ ਨਹੀਂਗਾ। ਉਹਨੂੰ ਜਿੰਨੀ ਲੋੜ ਹੈ ਉਹ ਓਨਾ ਹੀ ਸ਼ਿਕਾਰ ਕਰਦਾ, ਉਸ ਤੋਂ ਵੱਧ ਨਹੀਂ ਕਰਦਾ। ਪਰ ਜਿਹੜੇ ਪ੍ਰਾਰਬੱਧ ਦੇ ਅਨੁਸਾਰ ਖਾਂਦੇ ਨੇ ਉਹਨਾਂ ਵਾਸਤੇ ਹਰ ਭੋਜਨ ਸਾਗ ਹੈ। ਸ਼ੇਰ ਵਾਸਤੇ ਮਾਸ ਵੀ ਸਾਗ ਹੈ। ਕਿਉਂ? ਕਿਉਂਕਿ ਉਹ ਮਾਸ ਤੋਂ ਬਿਨਾਂ ਖਾਏਗਾ ਕੀ? ਉਹ ਜਿਉਂਦਾ ਹੀ ਨਹੀਂ ਰਹਿ ਸਕਦਾ, ਉਹਦੀ ਮੌਤ ਹੋ ਜਾਏਗੀ ਭਾਈ। ਹਾਂਜੀ। ਅਮਰ ਜੇਹ ਗਿਆਨੀ ਤਿੰਨ ਕੇ ਕਾਰਨ, ਗੈਂਡੇ ਅਸ ਆਦਿਕ ਪਸ ਮਾਰਨ। ਸਤਿਗੁਰੂ ਕਹਿਣ ਲੱਗੇ, ਨਾਨੂ ਇਹ ਜਿਹੜੇ ਤੁਹਾਡੇ ਵੱਡ ਵਡੇਰੇ ਹੋਏ ਨੇ, ਅਮਰ ਕਹਿੰਦੇ ਨੇ ਦੇਵਤਿਆਂ ਨੂੰ। ਕੀ ਦੇਵਤਿਆਂ ਦੇ ਵਾਸਤੇ ਤੁਸੀਂ ਜੱਗ ਕੀਤੇ? ਕਰਦੇ ਹੋ? ਕਹਿੰਦਾ ਜੀ ਕਰਦੇ ਆ। ਕਹਿੰਦੇ ਉਹਦੇ ਵਿੱਚ ਫਿਰ ਗੈਂਡਾ ਆਦਿਕ ਜਾਨਵਰਾਂ ਦੀ ਬਲੀ ਵੀ ਦਿੰਦੇ ਹੋ? ਕਹਿੰਦਾ ਜੀ ਦਿੰਦੇ ਆ। ਹਾਂਜੀ। ਸੋ ਆਤਮ ਕੋ ਲਖੇ ਅਕਰਤੂ, ਸਦਾ ਅਭੁਗਤਾ ਚਿਤ ਇਉ ਧਰਤੂ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਹੁਣ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਕਰਮ ਕਰਦੇ ਹੋ ਕਿ ਇਹ ਅਭੈ ਨਹੀਂ? ਜਿਹੜਾ ਤੁਸੀਂ ਇਹ ਕਰਮ ਕਰਦੇ ਹੋ ਕਿ ਸੋ ਆਤਮ ਕੋ ਲਖੈ ਅਕਰਤੂ ਸਦਾ ਅਭੁਗਤਾ ਚਿਤ ਇਉ ਧਰਤੂ, ਔਰ ਇਹ ਗੱਲ ਤੁਸੀਂ ਸਦਾ ਵਾਸਤੇ ਸਮਝੀ ਹੋਈ ਹੈ। ਉਹਦਾ ਤੁਸੀਂ ਕਹਿੰਦੇ ਹੋ ਵੀ ਨਾ ਭੋਗਣ ਵਾਲੀ ਚੀਜ਼ ਹੈ, ਨਾ ਖਾਣ ਵਾਲੀ ਚੀਜ਼ ਹੈ। ਹਾਂਜੀ। ਭੋਗਣ ਧਰਮ ਪ੍ਰਾਣ ਕੋ ਜਾਨੋ, ਕਰਨੋ ਧਰਮ ਰਖੀਕ ਪਛਾਨੋ। ਸਤਿਗੁਰੂ ਕਹਿਣ ਲੱਗੇ, ਜਿਹੜਾ ਭੋਗ ਦਾ ਕਰਨਾ ਹੈ ਅਸਲ ਵਿੱਚ ਇਹ ਪ੍ਰਾਣਾ ਤੇ ਨਿਸਬਤ ਹੈ। ਔਰ ਇਹ ਗੱਲ ਤੁਸੀਂ ਹੁਣ ਮੰਨੋਗੇ ਕਿ ਪਿਛਲਾ ਸਾਲ ਸਾਰਾ ਸਾਲ ਹੀ ਅਸੀਂ ਸ਼ਰਾਬ ਨਾਲ ਹੱਥ ਧੋਤੇ ਨੇ। ਆ ਸੈਨੀਟਾਈਜ਼ਰ ਕੀ ਹੈ? 70% ਅਲਕੋਹਲ ਹੈ ਇਹਦੇ 'ਚ, ਸਿੱਧੀ ਸਿੱਧੀ। ਜਿਹੜਾ ਪਿਓਰ ਹੈ, ਜਿਹੜਾ ਸਪਿਰਿਟ ਹੈ, ਉਹ ਕੀ ਹੈ? ਕੀ ਹੈ ਉਹ? ਔਰ ਗੁਰਦੁਆਰਿਆਂ ਦੇ ਵਿੱਚ ਸਾਨੂੰ ਉਹਦਾ ਪ੍ਰਬੰਧ ਕਰਨਾ ਪਿਆ। ਜੇ ਅਸੀਂ ਕੀਤਾ ਤੇ ਮੰਦਰ ਵਾਲਿਆਂ ਨੇ ਵੀ ਕੀਤਾ ਹੋਏਗਾ, ਮੰਦਰ ਵਾਲਿਆਂ ਕੀਤਾ ਤੇ ਮਸਜਿਦ ਵਾਲਿਆਂ ਨੇ ਵੀ ਕੀਤਾ ਹੋਏਗਾ।
ਪਰ ਕਦੋਂ ਕਰਨਾ ਪਿਆ? ਜਦੋਂ ਬੰਦੇ ਦੀ ਮੌਤ ਨਿਸ਼ਚਿਤ ਹੋ ਗਈ ਵੀ ਨਹੀਂ, ਜੇ ਨਹੀਂ ਕਰੋਗੇ ਤੇ ਮਰ ਜਾਓਗੇ। ਵੇਖੋ ਕੈਸੇ ਬਚਨ ਸਤਿਗੁਰੂ ਨੇ ਇੱਥੇ ਇਸ ਸ਼ਬਦ ਵਿੱਚ ਉਚਾਰੇ ਸੀ। ਭਾਈ ਸੰਤੋਖ ਸਿੰਘ ਨੇ ਇਹਦੀ ਵਿਆਖਿਆ ਕੀਤੀ ਹੈ ਕਿ ਭੋਗਣ ਧਰਮ ਪ੍ਰਾਣ ਕੋ ਜਾਨੋ। ਜਿਹੜਾ ਖਾਣਾ ਹੈ ਇਹ ਤੁਹਾਡੇ ਪ੍ਰਾਣਾਂ ਦਾ ਧਰਮ ਹੈ। ਹੁਣ ਪਾਣੀ ਕਿਹੜਾ ਪੀਣਾ ਚਾਹੀਦਾ ਹੈ? ਤੁਸੀਂ ਕਹੋਗੇ ਜੀ ਪਾਣੀ ਤਾਂ ਕੋਈ ਮਿਨਰਲ ਵਾਟਰ ਹੀ ਪੀਣਾ ਚਾਹੀਦਾ। ਬਿਲਕੁਲ ਠੀਕ ਹੈ, ਪਰ ਜੇ ਉਹ ਨਾ ਹੋਵੇ ਤੇ ਫਿਰ ਕਹਿੰਦਾ ਜੀ ਚਲੋ ਕੋਈ ਨਹੀਂ ਜੀ, ਕੋਈ ਬੋਤਲ ਵਾਲਾ ਜਿਹੜਾ ਵੀ ਹੋਵੇ ਉਹ ਪੀ ਲੈਣਾ ਚਾਹੀਦਾ। ਪੁੱਛੋ ਵੀ ਜੋ ਵੀ ਨਾ ਹੋਵੇ ਤਾਂ ਕਹਿੰਦੇ ਫਿਰ ਕੋਈ ਨਲਕੇ ਦਾ ਖੂਹ ਦਾ ਪਾਣੀ ਜੇ ਉਹ ਵੀ ਨਾ ਹੋਵੇ ਤਾਂ ਉਹ ਵੀ ਨਾ ਹੋਵੇ ਫਿਰ ਕੀ ਕਰੋਗੇ? ਅਖੀਰ ਕਹਿਣਾ ਪਏਗਾ ਵੀ ਮਹਾਰਾਜ ਜਿਹੜਾ ਹੈਗਾ ਦਿਓ, ਮੈਂ ਤੇ ਮਰਨ ਲੱਗਾ। ਭੋਗਣ ਦਾ ਸੰਬੰਧ ਪ੍ਰਾਣਾਂ ਦੇ ਨਾਲ ਹੈ। ਖਾਣਾ ਜਿਹੜਾ ਹੈ ਸਿਰਫ ਤੁਹਾਡੇ ਜਿਉਂਦੇ ਰਹਿਣ ਵਾਸਤੇ ਹੈ। ਬਸ ਇੰਨੀ ਗੱਲ ਧਰਮ ਦੀ ਸਮਝ ਲੈਣੀ ਚਾਹੀਦੀ ਹੈ। ਇਹਦਾ ਅਰਥ ਇਹ ਹੈ, ਇੱਥੇ ਬੈਠ ਕੇ ਤੁਸੀਂ ਬਹੁਤ ਵਾਰੀ ਸੁਣਿਆ ਹੋਏਗਾ, ਬੜੇ ਸਾਰੇ ਵਿਦਵਾਨਾਂ ਤੋਂ ਸੁਣਿਆ ਹੋਏਗਾ ਕਿ ਜਿਉਂਦੇ ਰਹਿਣ ਵਾਸਤੇ ਖਾਣਾ ਜ਼ਰੂਰੀ ਹੈ। ਜਿਉਂਦੇ ਰਹਿਣ ਵਾਸਤੇ ਖਾਣਾ ਜ਼ਰੂਰੀ ਹੈ, ਪਰ ਖਾਣ ਵਾਸਤੇ ਜਿਉਂਦੇ ਰਹਿਣਾ ਇਹ ਜ਼ਰੂਰੀ ਨਹੀਂ ਹੈ। ਵੀ ਸਿਰਫ ਇਸ ਕਰਕੇ ਬੰਦਾ ਜਿਉਂਦਾ ਹੈ ਵੀ ਥੋੜ੍ਹਾ ਬਹੁਤਾ ਹੋਰ ਖਾ ਲਵੇ, ਥੋੜ੍ਹੀ ਬਹੁਤੀ ਹੋਰ ਪੀ ਲਵੇ, ਉਹ ਪਾਪ ਹੈ। ਕਈ ਬੰਦਿਆਂ ਦਾ ਤੁਸੀਂ ਵੇਖਿਆ ਹੋਏਗਾ ਸਿਰਫ ਉਹ ਖਾਣ ਵਾਸਤੇ ਹੀ ਜਿਉਂਦੇ ਨੇ, ਨਹੀਂ, ਉਹ ਪਾਪ ਹੈ। ਜਿਉਂਦੇ ਰਹਿਣ ਵਾਸਤੇ ਖਾਣਾ, ਇਹ ਤਾਂ ਸਤਿਗੁਰੂ ਨੇ ਲੰਗਰ ਦੇ ਪ੍ਰਬੰਧ ਕੀਤੇ ਹੋਏ ਨੇ। ਪਰ ਥਾਂ ਤੇ ਲੰਗਰਾਂ ਦੇ ਅਰਥ ਇਹ ਨਹੀਂ ਸੀਗੇ ਕਿ ਅਸੀਂ ਲੰਗਰਾਂ ਦੇ ਵਿੱਚ ਪੀਜ਼ਾ ਵੀ ਬਣਾਉਣਾ ਸ਼ੁਰੂ ਕਰ ਦਈਏ। ਉਹ ਤੇ ਸਵਾਦ ਹੋ ਗਏ ਨਾ। ਇਹਦਾ ਅਰਥ ਇਹ ਵੀ ਨਹੀਂ ਵੀ ਕਿਉਂ ਨਹੀਂ ਬਣ ਸਕਦਾ ਜੀ, ਬਣ ਸਕਦਾ। ਪਰ ਇੰਨੀ ਗੱਲ ਜ਼ਰੂਰ ਧਿਆਨ ਵਿੱਚ ਰੱਖਣਾ ਕਿ ਇਹ ਸਾਰੀਆਂ ਗੱਲਾਂ ਸੁੱਖ ਦੇ ਵਕਤ ਦੀਆਂ ਨੇ। ਜੇ ਅਗਰ ਔਖਾ ਵਕਤ ਆਇਆ ਆਨੰਦਪੁਰ ਸਾਹਿਬ ਦੇ ਕਿਲੇ ਵਰਗਾ, ਤਾਂ ਫਿਰ ਤੁਹਾਨੂੰ ਪੱਤੇ ਵੀ ਖਾਣੇ ਪੈਣੇ ਨੇ ਤੇ ਤੁਹਾਨੂੰ ਆਪਣੇ ਘੋੜੇ ਵੀ ਵੱਢ ਕੇ ਖਾਣੇ ਪੈਣੇ ਨੇ, ਔਰ ਸਿੰਘਾਂ ਨੇ ਖਾਧੇ ਨੇ। ਤੁਹਾਡਾ ਇਤਿਹਾਸ ਹੈ। ਤੋ ਸਤਿਗੁਰੂ ਪਿਤਾ ਜੀ ਕਹਿਣ ਲੱਗੇ ਕਿ ਜਿਹੜਾ ਭੋਗਣ ਦਾ ਧਰਮ ਹੈ, ਭੋਗਣ ਧਰਮ ਪ੍ਰਾਣ ਕੋ ਜਾਨੋ, ਕਰਨੋ ਧਰਮ ਰਖੀਕ ਪਛਾਨੋ। ਤੇ ਜੇ ਇਹ ਧਰਮ ਨਹੀਂ ਕਰੋਗੇ ਤੇ ਤੁਹਾਡੀਆਂ ਜਿਹੜੀਆਂ ਇੰਦਰੀਆਂ ਨੇ ਉਹ ਖਤਮ ਹੋ ਜਾਣਗੀਆਂ। ਵੇਖੋ ਅੱਜ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਨੇ। ਤੁਸੀਂ ਡਾਕਟਰ ਕੋਲ ਜਾਂਦੇ ਹੋ, ਅੱਗੇ ਹੁੰਦਾ ਸੀ ਬੰਦਾ 2-3 ਵਾਰੀ ਰੋਂਦਾ ਸੀ, ਸ਼ੂਗਰ ਹੋ ਗਈ ਹੈ ਜੀ, ਬਲੱਡ ਪ੍ਰੈਸ਼ਰ ਹੋ ਗਿਆ ਜੀ। ਹੁਣ ਜਦੋਂ ਡਾਕਟਰ ਕਹਿੰਦੇ ਨੇ ਵੀ ਤੇਰਾ ਵਿਟਾਮਿਨ ਡੀ ਬੜਾ ਘੱਟ ਹੈ, ਵਿਟਾਮਿਨ ਸੀ ਦੀ ਬੜੀ ਘਾਟ ਹੈ, ਤੇਰੇ 'ਚ ਇਸ ਵਿਟਾਮਿਨ ਦੀ ਘਾਟ ਹੈ, ਤੇਰੇ ਵਿੱਚ ਆਇਰਨ ਦੀ ਘਾਟ ਹੈ। ਪਹਿਲਾਂ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ ਲੱਗਦਾ, ਹੁੰਦੀ ਪਹਿਲਾਂ ਵੀ ਸੀ। ਬਾਥਰੂਮ 'ਚ ਬੰਦਾ ਡਿੱਗਾ ਜੀ, ਹੱਡੀ ਟੁੱਟ ਗਈ। ਹੱਡੀ ਕਿਉਂ ਟੁੱਟੀ? ਹੱਡੀਆਂ ਕਮਜ਼ੋਰ ਹੋਈਆਂ। ਹੱਡੀਆਂ ਕਮਜ਼ੋਰ ਕਿਉਂ ਹੋਈਆਂ? ਕਿਉਂਕਿ ਉਹ ਹੱਡੀਆਂ ਨੂੰ ਤਾਕਤ ਦੇਣ ਵਾਲਾ ਜਿਹੜਾ ਕੈਲਸ਼ੀਅਮ ਸੀ ਉਹ ਤੁਹਾਡੀ ਬੋਡੀ 'ਚ ਨਹੀਂ ਹੈਗਾ, ਤੁਹਾਡੇ ਸਰੀਰ ਵਿੱਚ ਨਹੀਂ ਹੈਗਾ। ਭੋਗਣ ਦਾ ਜਿਹੜਾ ਧਰਮ ਹੈ ਉਹ ਤੁਹਾਡੇ ਜਿਉਂਦੇ ਰਹਿਣ ਵਾਸਤੇ। ਜਿਉਂਦੇ ਕਿਉਂ ਰਹਿਣਾ ਹੈ? ਉਹਦੇ ਲਈ ਤਾਂ ਕਿ ਤੁਹਾਡਾ ਜਿਹੜਾ ਸਰੀਰਕ ਸਿਸਟਮ ਉਹ ਸਾਰਾ ਠੀਕ ਰਹੇ, ਤਾਂ ਕਿ ਤੁਸੀਂ ਕੁਝ ਕਰ ਸਕੋ। ਹੁਣ ਕਈ ਲੋਕ ਤਾਂ ਐਸੇ ਵੀ ਨੇ ਜਿਹੜੇ ਇਸ ਦੁਨੀਆ 'ਤੇ ਆਏ ਕੁਝ ਵੀ ਨਹੀਂ ਕਰਦੇ। ਕੁਝ ਲੋਕ ਐਸੇ ਵੀ ਨੇ ਜਿਹੜੇ ਸਾਰੀ ਜ਼ਿੰਦਗੀ ਕੁਝ ਨਾ ਕੁਝ ਕਰਦੇ ਰਹਿੰਦੇ ਨੇ। ਐਸੇ ਲੋਕ ਵੀ ਹੈਗੇ ਨੇ ਕਿ ਉਹ ਡਿਸੇਬਲ ਹੋਣ ਦੇ ਬਾਵਜੂਦ ਜਾ ਕੇ ਸਿਟੀ ਕੌਂਸਲ ਨੂੰ ਕਹਿੰਦੇ ਨੇ ਵੀ ਸਾਨੂੰ ਵੀ ਕੋਈ ਵਲੰਟੀਅਰ ਸੇਵਾ ਦੇ ਦਿਓ ਜਿੱਥੇ ਮੈਂ ਬਹਿ ਕੇ ਕਰ ਸਕਾਂ। ਇੱਕ ਉਹ ਵੀ ਮੇਰੇ ਵਰਗੇ ਨੇ ਜਿਹੜੇ ਹੱਟੇ ਕੱਟੇ ਹੱਥ ਪੈਰ ਵੀ ਚੱਲਦੇ ਨੇ, ਫਿਰ ਮੰਗ ਕੇ ਰੋਟੀਆਂ ਗੁਜ਼ਾਰਾ ਕਰਦੇ ਨੇ। ਹਾਂਜੀ। ਲਖਨੋ ਧਰਮ ਜੋ ਮਨ ਕੋ ਹੋਈ, ਇਸ ਪ੍ਰਕਾਰ ਸਮਝਤ ਹੈ ਸੋਈ। ਇਸ ਕਰਕੇ ਜਿਹੜਾ ਧਰਮ ਨੂੰ ਜਾਣਨਾ ਹੈ ਇਹ ਮਨ ਨਾਲ ਸੰਬੰਧਿਤ ਹੈ।
इस प्रकार समझत है सोई। पर जिस ने इस प्रकार धर्म ਨੂੰ ਸਮਝਿਆ कि भोगण ਦਾ ਜਿਹੜਾ ਧਰਮ ਹੈ ਉਹ ਜਿਉਂਦੇ ਰਹਿਣ ਵਾਸਤੇ ਹੈ, ਪ੍ਰਾਣਾ ਵਾਸਤੇ ਹੈ, ਕਿ ਜੇ ਤੁਸੀਂ ਜਿਉਂਦੇ ਰਹਿਣਾ ਹੈ ਤੇ ਤੁਹਾਡੇ ਵਾਸਤੇ ਸਾਰੀਆਂ ਗੱਲਾਂ ਜ਼ਰੂਰੀ ਨੇ। ਹੁਣ ਵੇਖੋ, ਅੰਮ੍ਰਿਤ ਦੀ ਇੱਕ ਕੰਡੀਸ਼ਨ ਹੈ ਕਿ ਤੁਸੀਂ ਕਿਸੇ ਦਾ ਝੂਠਾ ਨਹੀਂ ਖਾਣਾ। ਜੇ ਤੁਸੀਂ ਕਿਸੇ ਦਾ ਝੂਠਾ ਨਹੀਂ ਖਾ ਸਕਦੇ, ਪਾਣੀ ਨਹੀਂ ਪੀ ਸਕਦੇ, ਤੇ ਇੱਕ ਸਟੇਜ ਐਸੀ ਵੀ ਆਉਂਦੀ, ਹੁਣ ਤੁਸੀਂ ਅੰਮ੍ਰਿਤਧਾਰੀ ਬੰਦੇ ਡਾਕਟਰ ਬਣ ਗਏ, ਹੁਣ ਤੁਹਾਡੇ ਸਾਹਮਣੇ ਪੇਸ਼ੈਂਟ ਹੈ, ਉਹਦਾ ਹਾਰਟ ਫੇਲ ਹੋ ਗਿਆ, ਕੀ ਤੁਸੀਂ ਉਹਦੇ ਮੂੰਹ ਤੇ ਮੂੰਹ ਰੱਖ ਕੇ ਉਹਨੂੰ ਸਾਹ ਦਿਓਗੇ ਕਿ ਨਹੀਂ ਦਿਓਗੇ? ਧਰਮ ਨਿਭਾਓਗੇ ਕਿ ਨਹੀਂ ਨਿਭਾਓਗੇ? ਨਿਭਾਓਗੇ ਤੇ ਫਿਰ ਤੁਹਾਡਾ ਅੰਮ੍ਰਿਤ ਕਿੱਧਰ ਗਿਆ? ਫਿਰ ਕੋਈ ਵੀ ਲੋਕ ਨੇ ਜਿਹੜੇ ਐਵੇਂ ਮੂੰਹ 'ਚ ਮੂੰਹ ਪਾਈ ਫਿਰਦੇ ਨੇ, ਮੂਰਖ ਨੇ। ਕਿਸੇ ਦੀ ਜ਼ਿੰਦਗੀ ਪ੍ਰਾਣਾਂ ਨੂੰ ਬਚਾਉਣ ਵਾਸਤੇ ਹੋ ਸਕਦਾ ਹੈ ਕਿ ਤੁਸੀਂ ਅੰਮ੍ਰਿਤਧਾਰੀ ਹੋਵੋ ਤੇ ਡਾਕਟਰ ਜਿਹੜਾ ਕੋਈ ਹਿੰਦੂ ਮੁਸਲਮਾਨ ਹੋਵੇ, ਪਰ ਉਹਨੂੰ ਮੂੰਹ ਨਾਲ ਸਾਹ ਦੇਣਾ ਪਏਗਾ ਤੁਹਾਨੂੰ ਬਚਾਉਣ ਵਾਸਤੇ। ਉਹਨੂੰ ਬਚਾਉਣਾ ਪਏਗਾ ਤੁਹਾਡੇ, ਉਹਦਾ ਧਰਮ ਹੈ, ਉਹਦੀ ਡਿਊਟੀ ਹੈ। ਹੁਣ ਉੱਥੇ ਜਾ ਕੇ ਸਾਰੀਆਂ ਗੱਲਾਂ ਜਿਹੜੀਆਂ ਨੇ, ਹੱਥ ਕਿੰਨੇ ਵਾਰੀ ਧੋਣੇ ਚਾਹੀਦੇ ਨੇ, ਕਿਹੜੇ ਤੌਲੀਏ ਨਾਲ ਪੂੰਝਣੇ ਚਾਹੀਦੇ ਨੇ, ਇਹ ਗੱਲਾਂ ਫੇਲ ਹੋ ਜਾਂਦੀਆਂ ਉੱਥੇ ਜਾ ਕੇ। ਹਾਂ, ਆਮ ਹਾਲਾਤਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਠੀਕ ਨੇ, ਵਾਜਬ ਨੇ, ਇਹਨਾਂ ਦਾ ਧਿਆਨ ਵੀ ਰੱਖੋ। ਪਰ ਇੱਕ ਵਕਤ ਐਸਾ ਵੀ ਆਏਗਾ, ਹੁਣ ਮੈਂ ਸਿਰ ਤੇ ਪੱਗ ਬੱਧੀ ਹੈ, ਇਹ ਮੇਰਾ ਤਾਜ ਵੀ ਹੈ, ਮੇਰਾ ਮੁਕਟ ਵੀ ਹੈ, ਮੇਰੀ ਸਰਦਾਰੀ ਵੀ ਹੈ, ਪਰ ਜੇ ਮੇਰੇ ਸਾਹਮਣੇ ਕਿਸੇ ਨੂੰ ਬਲੀਡਿੰਗ ਸ਼ੁਰੂ ਹੋ ਜਾਏ, ਕਿ ਮੈਨੂੰ ਇਹਦੇ 'ਚੋਂ ਕੋਈ ਮੀਟਰ ਕੱਪੜਾ ਪਾੜ ਕੇ ਉਹਦੀ ਬਾਂਹ ਬੰਨ੍ਹਣੀ ਚਾਹੀਦੀ ਕਿ ਨਹੀਂ ਬੰਨ੍ਹਣੀ ਚਾਹੀਦੀ? ਕਿ ਉਹਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣਾ ਮੁਕਟ ਹੀ ਇੱਦਾਂ ਫੜ ਕੇ ਬੈਠੇ ਰਹਿਣਾ ਚਾਹੀਦਾ ਹੈ ਕਿ ਹਮ ਰਾਜੇ ਹੈ ਜੀ, ਹਮਾਰਾ ਮੁਕਟ ਹੈ ਜੀ? ਕੀ ਕਰਨਾ ਚਾਹੀਦਾ? ਹੁਣ ਤੁਹਾਡਾ ਧਰਮ ਕੀ ਕਹਿੰਦਾ ਹੈ? ਕਿਉਂਕਿ ਅਸੀਂ ਧਰਮ ਨੂੰ ਸਮਝਣ ਲਈ ਤਿਆਰ ਹੀ ਨਹੀਂ। ਘਰੋਂ ਆਏ, ਉੱਥੇ ਜੁੱਤੀ ਲਾਈ, ਉੱਥੋਂ ਪ੍ਰਸ਼ਾਦ ਲਿਆ, ਇੱਥੇ ਮੱਥਾ ਟੇਕਿਆ, ਉੱਥੋਂ ਫੁੱਲ ਲਿਆ, ਆਪਣੇ ਸਿਰ 'ਚ ਰੱਖਿਆ, ਘਰ ਨੂੰ ਚਲੇ ਗਏ, ਪਤਾ ਤੇ ਕੁਝ ਵੀ ਨਹੀਂ। ਧਰਮ ਇਹ ਕਹਿੰਦਾ ਕਿ ਤੁਸੀਂ ਦੂਜੇ ਦੀ ਮਦਦ ਕਰੋ, ਔਰ ਮਦਦ ਜਿਹੜੀ ਹੈ ਅਗਲੇ ਦੇ ਪ੍ਰਾਣ ਬਚਾਉਣ ਤੱਕ ਕਰਨੀ ਹੈ। ਕੱਲਾ ਇਹ ਨਹੀਂ ਵੀ ਚਲੋ ਕਿਸੇ ਨੂੰ ਰੋਟੀ ਦੇਤੀ ਜੀ, ਪਾਣੀ ਦੇਤਾ ਜੀ, ਕੱਪੜੇ ਦੇਤੇ ਜੀ, ਨਾ, ਕਿਸੇ ਨੂੰ ਜੀਵਨ ਦਾਨ ਦੇਣ ਤੱਕ ਕਰਨੀ ਹੈ। ਮੈਂ ਇੱਥੇ ਬਹਿ ਕੇ ਰੋਜ਼ ਅਨਾਉਂਸਮੈਂਟ ਕਰਦਾ, ਸਵੇਰੇ ਇੱਕ ਹਿੰਦੂ ਵੀਰ ਆਉਂਦਾ ਹੈ, 1,70,800 ਰੁਪਈਆ ਗਿਣ ਕੇ ਉਸਨੇ ਪਰਚੀ ਕਟਾਈ ਹੈ। ਮੈਂ ਕਿਹਾ ਕਾਹਦੇ ਲਈ? ਕਹਿੰਦਾ ਜੀ ਕਿਡਨੀ ਡਾਇਲਸਿਸ ਵਾਸਤੇ। ਹੁਣ ਉਹਨੂੰ ਤਾਂ ਨਹੀਂ ਨਾ ਪਤਾ, ਜੇ ਆਪਾਂ ਮੰਨ ਲਈਏ ਕਿ 2,000 ਜਾਂ 3,000 ਰੁਪਈਆ ਇੱਕ ਕਿਡਨੀ ਦੇ ਡਾਇਲਸਿਸ ਦਾ ਇੱਕ ਟਾਈਮ ਦਾ ਖਰਚਾ ਪ੍ਰਾਈਵੇਟਾਂ ਦਾ, ਸਰਕਾਰ ਜਿਹੜੇ ਚੈਰਿਟੀ ਕਰਦੇ ਨੇ ਜਾਂ ਜਿਹੜੇ ਸਰਕਾਰੀ ਨੇ ਜਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਚਲਾਉਂਦੀਆਂ ਨੇ, ਉਹਦੇ ਵਿੱਚ 600 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਹੈ। ਜੇ ਆਪਾਂ 1000 ਵੀ ਮੰਨ ਲਈਏ ਤੇ ਉਹ ਘੱਟੋ ਘੱਟ ਵੀ ਤੁਸੀਂ ਲਾ ਲਓ ਸਾਹਿਬ ਵੀ 100 ਤਕਰੀਬਨ 250 ਬੰਦਿਆਂ ਤੋਂ ਵੱਧ ਬੰਦਿਆਂ ਦੇ ਉਹ ਪੈਸੇ ਸਵੇਰੇ ਜਮ੍ਹਾਂ ਕਰਾ ਗਿਆ ਵੀ ਇੰਨੇ ਬੰਦਿਆਂ ਦਾ ਡਾਇਲਸਿਸ ਤੇ ਮੇਰੇ ਵੱਲੋਂ ਕਰੋ ਨਾ। ਪਰ ਉਹਨੂੰ ਕੀ ਪਤਾ ਵੀ ਉੱਥੇ ਮੁਸਲਮਾਨ ਦਾ ਹੋਏਗਾ ਕਿ ਹਿੰਦੂ ਦਾ ਹੋਏਗਾ? ਨਹੀਂ, ਜਿਹਦੀ ਵੀ ਜਾਨ ਬਚੇਗੀ ਉਹਦਾ ਪੁੰਨ ਫਲ ਤੁਹਾਨੂੰ ਮਿਲੇਗਾ। ਜਿਹੜਾ ਭਾਈ ਕਨ੍ਹਈਆ ਪਾਣੀ ਪਿਆਉਂਦਾ ਸੀ, ਉਹਨੂੰ ਸਮਝਣ ਦੀ ਲੋੜ ਹੈ। ਸਿੱਖਾਂ ਨੇ ਕਿਹਾ ਮਹਾਰਾਜ ਅਸੀਂ ਦੁਸ਼ਮਣ ਨੂੰ ਮਾਰਦੇ ਹਾਂ, ਇਹ ਪਾਣੀ ਪਿਆਉਂਦਾ, ਇਹ ਫਿਰ ਜਿਉਂਦਾ ਕਰ ਦਿੰਦਾ। ਸਤਿਗੁਰਾਂ ਨੇ ਪੁੱਛਿਆ ਵੀ ਤੂੰ ਪਾਣੀ ਪਿਆਉਣਾ ਹੈ? ਕਹਿੰਦਾ ਜੀ ਪਿਆਉਣਾ। ਦੁਸ਼ਮਣ ਨੂੰ ਪਿਆਉਣਾ ਹੈ? ਕਹਿੰਦਾ ਜੀ ਬਿਲਕੁਲ ਨਹੀਂ ਪਿਆਉਂਦਾ। ਕਿਹਨੂੰ ਪਿਆਉਣਾ ਹੈ? ਕਹਿੰਦਾ ਜੀ ਜਿਹਦੇ 'ਚ ਮੈਨੂੰ ਤੁਸੀਂ ਨਜ਼ਰ ਆਉਂਦੇ ਹੋ। ਹੁਣ ਇਹ ਧਰਮ ਨੂੰ ਬੜੀ ਮਤਲਬ ਸਮਝਣ ਦੀ ਲੋੜ ਹੈ। ਭਾਈ ਕਨ੍ਹਈਏ ਨੂੰ ਮਸ਼ਕ ਵੀ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ ਤੇ ਲੜਨ ਵਾਲਿਆਂ ਨੂੰ ਢਾਲ ਤਲਵਾਰ ਵੀ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ। ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਕਿਹਾ ਵੀ ਸੋਧੋ ਇਹਨਾਂ ਨੂੰ, ਇਹ ਬੁਰੇ ਲੋਕ ਨੇ। ਦੂਜੇ ਨੂੰ ਕਿਹਾ ਵੀ ਤੂੰ ਪਾਣੀ ਵੀ ਪਿਆਈ ਜਾ ਬਈ। ਠੀਕ ਹੈ, ਉਹਨਾਂ ਨੂੰ ਸੌਦਾ ਲਾਤਾ, ਜਿਹਦਾ ਪਾਣੀ ਨਾ ਜਾਣ ਬਚਦੀ ਬਚ ਜਾਏ। ਕੀ ਤਰ੍ਹਾਂ ਹੈ? ਬਚਦਾ ਤੇ ਬਚ ਜਾਏ।
ਹਾਂਜੀ। ਭਰਾਰ ਬਦ ਲਖ ਭੋਗੇ ਜੋ ਪੁੰਨ ਪਾਪ ਮਹਿ ਲਿਪੈ ਨ ਸੋਊ। ਜਿਹੜੇ ਪੂਰਬਲੇ ਕਰਮਾਂ ਅਨੁਸਾਰ ਆਪਣਾ ਜੀਵਨ ਜਿਉਂਦੇ ਨੇ ਉਹਨਾਂ ਨੂੰ ਕੋਈ ਪਾਪ ਨਹੀਂ ਹੈ। ਹੁਣ ਬਿੱਲੀ ਹੈ, ਉਹ ਸਾਰਾ ਦਿਨ ਹੀ ਚੂਹੇ ਫੜੀ ਜਾਂਦੀ ਹੈ, ਹੁਣ ਕੀ ਕਹੋਗੇ? ਬਿੱਲੀ ਪਾਪੀ ਹੈ। ਸ਼ੇਰ ਰੋਜ਼ ਸ਼ਿਕਾਰ ਕਰਕੇ ਖਾਂਦਾ, ਕੀ ਕਹੋਗੇ? ਪਾਪੀ ਹੈ। ਹੁਣ ਇਹ ਕੀ? ਇਹ ਪ੍ਰਾਰਬਧ ਹੈ। ਪਰਮਾਤਮਾ ਨੇ ਜੀਵਾਂ ਦੀ ਰੋਟੀ ਰੋਜੀ ਦਾ ਪ੍ਰਬੰਧ ਕੀਤਾ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਇੱਕ ਗਿਰਜ ਹੈ, ਚੀਲ ਹੈ। ਹੁਣ ਉਹ ਮਰੇ ਪਸ਼ੂ ਖਾਂਦੀ ਹੈ। ਅਗਰ ਰੱਬ ਨੂੰ ਪੈਦਾ ਨਾ ਕਰਦਾ, ਹਾਲਾਂਕਿ ਜਿਸ ਦਰਖਤ 'ਤੇ ਇਹ ਪੰਛੀ ਰਹਿੰਦਾ ਹੈ ਨਾ, ਉੱਥੇ ਬੜੀ ਬਦਬੂ ਆਉਂਦੀ ਹੈ, ਲਾਗੇ ਘਰ ਦੇ ਵਿੱਚ ਤੁਸੀਂ ਰਹਿ ਨਹੀਂ ਸਕਦੇ। ਪਰ ਜੇ ਇਹ ਪੰਛੀ ਨਾ ਨਜ਼ਰ ਆਏਗਾ ਸਾਨੂੰ, ਤੇ ਤਾਂ ਵੀ ਸਾਡਾ ਜੀਵਨ ਬਰਬਾਦ ਹੋ ਜਾਏਗਾ। ਮਰੇ ਪਸ਼ੂਆਂ ਦੇ ਨਾਲ ਮਹਾਮਾਰੀ ਪੈਦਾ ਹੋ ਜਾਏਗੀ। ਉਹ ਤੁਹਾਡੀ ਗੰਦਗੀ ਖਾ ਕੇ, ਉਹ ਤੁਹਾਡਾ ਦੁੱਖ ਆਪਣੇ ਸਰੀਰ ਤੇ ਲੈ ਕੇ ਤੁਹਾਨੂੰ ਉਲਟਾ ਸੁੱਖ ਦਿੰਦੇ ਨੇ। ਪਰ ਸਾਰੀ ਉਮਰ ਉਹਨਾਂ ਦੀ ਪ੍ਰਾਰਬਧ ਹੀ ਇਹ ਵੀ ਉਹਨਾਂ ਨੂੰ ਉਹੀ ਖਾਣਾ ਹੈ। ਰੱਬ ਨੇ ਉਹਨਾਂ ਦਾ ਭੋਜਨ ਹੀ ਇਸ ਤਰ੍ਹਾਂ ਨਿਸ਼ਚਿਤ ਕਰ ਦਿੱਤਾ ਹੈ। ਹਾਂਜੀ। ਅਰਜੇ ਹੈ ਮੂਰਖ ਅਗਿਆਨੀ ਦੰਭ ਬੈਸ਼ਨੋ ਜਿਉ ਬਿਦ ਠਾਨੀ। ਮੂਰਖਾਂ ਅਗਿਆਨੀਆਂ ਦਾ ਕੰਮ ਹੈ, ਦੰਭੀਆਂ ਪਖੰਡੀਆਂ ਦਾ ਕੰਮ ਹੈ ਕਿ ਰੋਜ਼ ਹੀ ਕਹੀ ਜਾਣਾ ਜੀ ਅਸੀਂ ਤੇ ਵੈਸ਼ਨੂ ਆ ਜੀ। ਹਾਂਜੀ। ਮਾਸ ਪਿਖੈ ਦਿਨ ਨਾਕ ਦਬਾਵੈ ਨਿਸ ਪਰਤੈ ਸੋ ਕੇਲ ਕਮਾਵੈ। ਮਾਸ ਵੇਖਿਆ ਤੇ ਨੱਕ ਪਕੜ ਲਿਆ, ਪਰ ਜੀਵਨ ਦੀ ਉਹਨਾਂ ਦੀ ਜੇ ਤੁਸੀਂ ਰੋ ਰੀਤ ਵੇਖੋ ਦਿਨ ਦੀ ਰਾਤ ਦੀ, ਤਾਂ ਸਾਰਾ ਦਿਨ ਹੀ ਪਾਪ ਕਰੀ ਜਾਂਦੇ ਨੇ। ਹਾਂਜੀ। ਲੋਚਨ ਸਮਤ ਹਿਰਦੈ ਜਿਸ ਨਾਹੀ ਵਿਸੈ ਬਾਸਨਾ ਅੰਧ ਕਮਾਹੀ। ਜਿਨ੍ਹਾਂ ਲੋਕਾਂ ਦੇ ਕੋਲ ਗਿਆਨ ਦੇ ਨੇਤਰ ਨਹੀਂ, ਉਹ ਲੋਕ ਵਿਸੇ ਵਾਸ਼ਨਾਵਾਂ ਦੇ ਵਿੱਚ ਵਕਾਰ ਕਮਾਉਂਦੇ ਨੇ, ਪਾਪ ਕਮਾਉਂਦੇ ਨੇ। ਹਾਂਜੀ। ਵਹਿਰ ਮਾਸ ਕੋ ਜਾਣੈ ਮੰਦਾ ਛਪ ਕਰ ਭੋਗੈ ਹਵੈ ਦੁਖ ਦੁੰਦਾ। ਬਾਹਰ ਦੇ ਮਾਸ ਨੂੰ ਮਾੜਾ ਕਹਿੰਦਾ, ਪਰ ਲੁਕ ਕੇ ਛੁਪ ਕੇ ਫਿਰ ਇਸ ਮਾਸ ਦਾ ਜੀਵਨ ਦੇ ਵਿੱਚ ਉਹ ਵਰਤਨ ਕਰਦਾ। ਜਦੋਂ ਇਸ ਮਾਸ ਨੂੰ ਭੋਗਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਪਾਪ ਕਮਾਉਂਦਾ ਹੈ। ਹਾਂਜੀ। ਜਿਨ ਨਰ ਅਗਿਆਨੀ ਦੁਖ ਧਾਰਾ ਪਾਪ ਸਹਿਤ ਸੇ ਕਰੈ ਆਹਾਰਾ। ਇਹ ਉਹ ਅਗਿਆਨੀ ਲੋਕ ਨੇ, ਜਿਹੜੇ ਲੋਕ ਇਹ ਕਰਮ ਕਰਦੇ ਨੇ, ਇਹ ਉਹ ਪੁਰਸ਼ ਨੇ। ਪਾਪ ਸਹਿਤ ਸੇ ਕਰੇ ਆਹਾਰਾ, ਉਹਨਾਂ ਦਾ ਭੋਜਨ ਵੀ ਪਾਪ ਤੇ ਟਿਕਿਆ ਹੋਇਆ, ਉਹਨਾਂ ਦੀ ਰੋਟੀ ਰੋਜੀ ਵੀ ਪਾਪ ਤੇ ਟਿਕੀ ਹੋਈ ਹੈ। ਜੇ ਗਿਆਨੀ ਤਨ ਹੰਤ ਨਸਾਇਕ ਆਏ ਆਹਾਰ ਜੋ ਸਹਿਜ ਸੁਭਾਇਕ। ਪਰ ਜਿਹੜੇ ਗਿਆਨੀ ਲੋਕ ਨੇ ਉਹ ਕੀ ਕਰਦੇ ਨੇ? ਉਹ ਆਪਣੇ ਤਨ ਦੀ ਅੰਗਤਾ ਨੂੰ ਦੂਰ ਕਰਦੇ ਨੇ, ਆਪਣੇ ਹੰਕਾਰ ਨੂੰ ਦੂਰ ਕਰਦੇ ਨੇ। ਜੇ ਆਪਾਂ ਕਹੀਏ ਨਾ ਵੀ ਮਾਸ ਖਾਣਾ ਮਾੜਾ ਹੈ, ਮਾੜਾ ਹੈ। ਹੰਕਾਰ ਕਰਨਾ ਉਸ ਤੋਂ ਵੀ ਮਾੜਾ ਹੈ। ਮਾਸ ਖਾਣ ਵਾਲਾ ਬੰਦਾ ਭਾਵੇਂ ਮੇਰਾ ਖਿਆਲ ਵੀ 5-7 ਕਿਲੋ ਵੀ ਖਾ ਜੇ ਕੁਛ ਨਹੀਂ ਕਰਦਾ। ਉਹ ਇਹ ਹੋ ਸਕਦਾ ਵੀ ਅਗਲਾ ਸਾਹ ਨਾ ਹੀ ਆਵੇ, ਪੇਟ ਹੀ ਇੰਨਾ ਭਰਿਆ ਹੋਵੇ ਤੇ ਮਰ ਜੇ ਤੇ ਵੱਖਰੀ ਚੀਜ਼ ਹੈ। ਪਰ ਹੰਕਾਰੀ ਬੰਦਾ ਤੇ ਹੋ ਸਕਦਾ ਪੂਰਾ ਰੈਸਟੋਰੈਂਟ ਹੀ ਤੋੜ ਦੇਵੇ, ਪੂਰਾ ਹੋਟਲ ਹੀ ਤੋੜ ਦੇਵੇ, ਢਾਬਾ ਹੀ ਤੋੜ ਦੇਵੇ, ਪਾਰਕਿੰਗ ਲਾਟ ਦੇ ਵਿੱਚ ਪਤਾ ਨਹੀਂ ਕਿੰਨਾ ਖਲਾਰਾ ਪਾ ਦੇਵੇ। ਸਤਿਗੁਰੂ ਕਹਿੰਦੇ ਮਾਸ ਨਾਲੋਂ ਵੀ ਹੰਕਾਰੀ ਮਾੜਾ ਹੈ। ਇਹਦਾ ਅਰਥ ਨਹੀਂ ਕਿ ਮਾਸ ਖਾ ਲੈਣਾ ਚੰਗਾ ਹੈ, ਹੰਕਾਰ ਕਰਨਾ ਮਾੜਾ ਹੈ। ਇਹ ਤੁਹਾਡਾ ਆਪਣਾ ਵਿਵੇਕ ਹੈ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਮਾਸਾਹਾਰੀ ਨੂੰ ਮਾੜਾ ਕਹਿੰਦੇ ਹਾਂ, ਹੰਕਾਰੀ ਦਾ ਅਸੀਂ ਸਗੋਂ ਉਲਟਾ ਉਹਦਾ ਮਾਣ ਤਾਣ ਕਰਦੇ ਹਾਂ। ਤੋ ਸਤਿਗੁਰੂ ਜੀ ਨੇ ਬੜੀਆਂ ਉਦਾਹਰਨਾਂ ਗੁਰਬਾਣੀ ਵਿੱਚ ਦਿੱਤੀਆਂ ਨੇ। ਹਾਂਜੀ।
ਪ੍ਰਾਰ ਬਦ ਲਖ ਪਾਵਤ ਸੋਊ, ਤਾਂ ਕੋ ਪਾਪ ਨਾ ਪੁਨੈ ਕੋ। ਜਿਹੜੀ ਚੀਜ਼ ਤੁਹਾਨੂੰ ਪ੍ਰਾਰਬੱਧ ਮਿਲਦੀ ਹੈ ਉਹਦੇ ਵਿੱਚ ਤੁਹਾਡਾ ਕੋਈ ਦੋਸ਼ ਨਹੀਂ ਹੈ। ਹੁਣ ਵੇਖੋ ਨਾ, ਝਟਕਈਆਂ ਦੇ ਘਰ ਬੱਚਾ ਜੰਮਿਆ, ਹੁਣ ਕੀ ਕਹੀਏ ਵੀ ਉਹ ਬੱਚਾ ਜੰਮਦਾ ਹੀ ਪਾਪ ਕਰਨ ਲੱਗ ਗਿਆ, ਵੀ ਉਹਦੇ ਸਾਹਮਣੇ ਘਰ 'ਚ ਜਾਨਵਰ ਵੱਢੇ ਜਾਂਦੇ ਨੇ। ਝਟਕਈਆਂ ਦੇ ਬੱਚੇ ਤੁਸੀਂ ਵੇਖਿਆ ਬੱਕਰੀਆਂ ਦੇ ਸਿਰੀਆਂ ਨਾਲ ਖੇਡਦੇ ਹੁੰਦੇ ਨੇ। ਹੁਣ ਕੋਈ ਜਲਾਏ ਦਾ ਬੱਚਾ ਹੋਏਗਾ ਤੇ ਉਹ ਸੂਤਰ ਦੀਆਂ ਉਹ ਜਿਹੜੀਆਂ ਹੁੰਦੀਆਂ ਨੇ, ਮੈਂ ਤਾਂ ਨਾਂ ਹੀ ਭੁੱਲ ਗਿਆ ਕੀ ਕਹਿੰਦੇ ਉਹਨੂੰ, ਉਹ ਆਟੇ ਜਿਹੜੇ ਹੁੰਦੇ ਨੇ ਉਹ ਉਹਨਾਂ ਨਾਲ ਖੇਡੇਗਾ। ਝਟਕਈਆਂ ਦਾ ਬੱਚਾ ਸਿਰੀਆਂ ਨਾਲ ਖੇਡੇਗਾ। ਹੁਣ ਜੰਮਦੇ ਬੱਚੇ ਦਾ ਕੀ ਕਸੂਰ ਹੈ? ਉਹ ਕਦੋਂ ਜਾ ਕੇ 18-20 ਸਾਲਾਂ ਦਾ ਹੋਏਗਾ, ਫਿਰ ਉਹ ਕਿਤੇ ਕਥਾ ਸੁਣੇਗਾ ਵੀ ਇਹ ਪਾਪ ਹੈ ਜੀ, ਇਹ ਪੁੰਨ ਹੈ ਜੀ, ਉਹ ਫਿਰ ਅੱਗੇ ਤੁਰੇਗਾ। ਪਰ ਸ਼ਾਇਦ ਸਾਨੂੰ ਇਹ ਵੀ ਨਹੀਂ ਪਤਾ। ਆਪਾਂ ਸਾਰੇ ਕਹਿੰਦੇ ਆ ਝਟਕਈ ਤੇ ਬਹੁਤ ਮਾੜਾ ਹੈ ਜੀ, ਪਰ ਜੇ ਉਹ ਨਾ ਹੋਵੇ ਤੇ ਤੁਹਾਡੇ ਮੂੰਹ ਦੇ ਸਵਾਦ ਕੌਣ ਪੂਰੇ ਕਰੇਗਾ? ਮੈਂ ਥੋੜ੍ਹੇ ਦਿਨ ਹੋਏ ਇੱਕ ਸੈਮੀਨਾਰ ਵਿੱਚ ਗਿਆ, ਵੱਖਰੇ ਵੱਖਰੇ ਧਰਮਾਂ ਦੇ ਲੋਕ ਆਏ ਸੀ। ਉੱਥੇ ਜਿਹੜੀ ਆਰਗੇਨਾਈਜੇਸ਼ਨ ਨੇ ਉਹ ਸਾਰਾ ਪ੍ਰਬੰਧ ਕੀਤਾ ਸੀ। ਉਹ ਕਹਿਣ ਲੱਗੇ ਜੀ ਅਸੀਂ ਸਫਾਈ ਅਭਿਆਨ ਚਲਾਉਂਦੇ ਹਾਂ। ਉੱਥੇ ਇੱਕ ਸੱਜਣ ਬੜਾ ਵਧੀਆ ਬੋਲਿਆ, ਇਹਦਾ ਗੌਰਮੈਂਟ ਦਾ ਸੀ ਉਹ, ਜਿਹੜਾ ਯੋਜਨਾ ਕਮਿਸ਼ਨ ਹੈ, ਨੀਤੀ ਆਯੋਗ ਜਿਹਨੂੰ ਕਹਿੰਦੇ ਨੇ, ਉਹਦਾ ਕੋਈ ਆਫੀਸਰ ਸੀ। ਉਹਨੇ ਬੜੀ ਵਧੀਆ ਗੱਲ ਕੀ, ਉਹ ਕਹਿੰਦਾ ਵੀ ਤੁਸੀਂ ਰੋਜ਼ ਕਹਿੰਦੇ ਕੂੜੇ ਵਾਲਾ ਆ ਗਿਆ। ਉਹ ਕਹਿੰਦਾ ਕੂੜੇ ਵਾਲਾ ਉਹ ਨਹੀਂ ਹੈ, ਕੂੜੇ ਵਾਲੇ ਤੁਸੀਂ ਹੋ, ਉਹ ਸਫਾਈ ਵਾਲਾ ਹੈ। ਗੱਲ ਸਮਝ ਆਈ? ਹੁਣ ਉਹ ਝਟਕਈ ਹੈ, ਉਹ ਮਾੜਾ ਹੈ, ਪਰ ਜਿਨ੍ਹਾਂ ਨੇ ਕਿਲੋ 2-2 ਕਿਲੋ ਸਾਰਿਆਂ ਦੇ ਘਰ ਜਾ ਕੇ ਰਹਿੰਦੇ, ਸਾਰੇ ਪੁੰਨੀ ਹੋ ਗਏ, ਉਹ ਪਾਪੀ ਰਹਿ ਗਿਆ ਵਿਚਾਰਾ। ਤੇ ਘੜੀ ਘੜੀ ਪੁੱਛੀ ਜਾਣਗੇ ਬੱਕਰਾ ਨਹੀਂ ਵੱਢਿਆ, ਵੀ ਆਪ ਵੱਢ ਲਓ। ਫਿਰ ਸ਼ੁਕਰ ਕਰੋ ਵੀ ਤੁਹਾਡੇ ਲਈ ਉਹ ਵੱਢਦਾ। ਜੇ ਤੁਸੀਂ ਖਾਣੋਂ ਹਟ ਜਾਓਗੇ ਤਾਂ ਵੱਢਣੋਂ ਹਟ ਜਾਏਗਾ। ਮੈਂ ਜਦੋਂ ਪਹਿਲੀ ਵਾਰੀ ਅਮਰੀਕਾ ਗਿਆ ਨਾ, ਮੇਰੀ ਬੜੀ ਕਲਾਸ ਲੱਗੀ। ਉੱਥੇ ਜੀ ਸਰਕਾਰ ਇਹ ਕਰਦੀ ਹੈ ਜੀ, ਉਹ ਕਰਦੀ ਹੈ ਜੀ, ਐਸਾ ਕਰਦੀ ਹੈ ਜੀ, ਵੈਸਾ ਕਰਦੀ ਹੈ ਜੀ। ਉਹ ਜੀ ਪਿੰਡ ਪਿੰਡ ਠੇਕੇ ਖੋਲ੍ਹ ਦਿੱਤੇ। ਅਖੀਰ ਮੈਨੂੰ ਐਤਵਾਰ ਕਹਿਣੇ ਪਿਆ, ਮੈਂ ਕਿਹਾ ਤੁਸੀਂ ਧੰਨਵਾਦ ਕਿਉਂ ਨਹੀਂ ਕਰਦੇ? ਸਰਕਾਰ ਦਾ ਧੰਨਵਾਦ ਕਰੋ ਕਿ ਹਰ ਪਿੰਡ ਦੇ ਬੱਸ ਅੱਡੇ ਤੇ ਠੇਕਾ ਹੈ। ਕਿਤੇ ਕਾਹਦਾ ਧੰਨਵਾਦ ਕਰੀਏ? ਮੈਂ ਕਿਹਾ ਤੁਹਾਡੇ ਬਜ਼ੁਰਗਾਂ ਨੂੰ ਦੂਜੇ ਪਿੰਡ ਜਾਣਾ ਹੀ ਨਹੀਂ ਪੈਂਦਾ, ਆਪਣੇ ਪਿੰਡ 'ਚ ਹੀ ਮਿਲ ਜਾਂਦੀ ਹੈ। ਚੁੱਪ। ਮੈਂ ਕਿਹਾ ਤੁਸੀਂ ਕੀ ਚਾਹੁੰਦੇ ਹੋ? ਨਹੀਂ ਜੀ ਸਰਕਾਰ ਨੂੰ ਸ਼ਰਾਬ ਬੰਦ ਕਰਨੀ ਚਾਹੀਦੀ ਹੈ। ਮੈਂ ਕਿਹਾ ਤੁਸੀਂ ਅਮਰੀਕਾ 'ਚ ਬੈਠੇ ਹੋ? ਹਾਂਜੀ ਬੈਠੇ ਆ। ਮੈਂ ਕਿਹਾ ਤੁਸੀਂ ਆਪਣੇ ਪਿੰਡ ਦੇ ਬੰਦਿਆਂ ਨੂੰ ਸਹੁੰ ਪਾ ਦਿਓ ਕਿ ਮੇਰੇ ਪਿੰਡ ਦਾ ਬੰਦਾ ਕੋਈ ਸ਼ਰਾਬ ਨਹੀਂ ਪੀਏਗਾ। ਕਹਿੰਦੇ ਫਿਰ ਕੀ ਹੋਏਗਾ? ਮੈਂ ਕਿਹਾ ਜੇ ਫਿਰ ਠੇਕਾ ਖੁੱਲ੍ਹ ਗਿਆ ਤੇ ਜੋ ਸਜ਼ਾ ਤੁਸੀਂ ਦਿਓਗੇ ਮੈਂ ਭੁਗਤ ਲਵਾਂਗਾ। ਠੇਕਾ ਗੁਰਦੁਆਰਾ ਨਹੀਂ ਹੁੰਦਾ ਕਿ ਉੱਥੋਂ ਫ੍ਰੀ ਦਿੱਤਾ ਜਾ ਰਿਹਾ ਸਾਰਾ ਕੁਝ। ਪਹਿਲਾਂ ਠੇਕੇਦਾਰ ਕਮਾਏਗਾ, ਠੇਕੇਦਾਰ ਤੋਂ ਜਿਹੜਾ ਲੋਕਲ ਥਾਣੇ ਵਾਲਾ ਉਹ ਕਮਾਏਗਾ, ਜਿਹੜੇ ਐਕਸਾਈਜ਼ ਡਿਊਟੀ ਵਾਲੇ ਅਫਸਰ ਉਹ ਕਮਾਉਣਗੇ, ਫਿਰ ਜਿਹੜੀ ਸਟੇਟ ਗੌਰਮੈਂਟ ਉਹ ਕਮਾਉਂਦੀ ਹੈ। ਇਹਦੇ ਵਿਚਕਾਰ ਹੋਰ ਪਤਾ ਨਹੀਂ ਕਿੰਨੇ ਡਿਪਾਰਟਮੈਂਟ ਹੋਣਗੇ। ਕਹਿੰਦੇ ਗਿਆਨੀ ਜੀ ਗੱਲ ਤੇ ਤੁਹਾਡੀ ਠੀਕ ਹੈ। ਮੈਂ ਕਿਹਾ ਤੁਸੀਂ ਪੀਣੋਂ ਹਟ ਜਾਓ, ਵੇਚਣ ਵਾਲਾ ਸਿਰ ਮਾਰੇਗਾ ਆਪਣਾ। ਠੇਕੇ ਉਧਰ ਹੀ ਬੰਦ ਹੋ ਜਾਣੇ ਨੇ ਜਿੱਦਾਂ ਤੁਸੀਂ ਪੀਣੋਂ ਹਟ ਗਏ। ਤੁਸੀਂ ਮਾਸ ਖਾਣੋਂ ਹਟ ਜਾਓ, ਸਭ ਝਟਕੇ ਦੀਆਂ ਦੂਜੀਆਂ ਦੁਕਾਨਾਂ ਸਭ ਬੰਦ ਹੋ ਜਾਣਗੀਆਂ। ਸ਼ਾਇਦ ਸਾਨੂੰ ਇਹ ਨਹੀਂ ਪਤਾ ਜਿਹੜੀਆਂ ਅੱਜ ਕੱਲ੍ਹ ਵੱਡੀਆਂ ਇੰਡਸਟਰੀਆਂ ਨੇ ਜਿੱਥੇ ਮਾਸ ਵੱਢਿਆ ਜਾਂਦਾ ਹੈ, ਉਹ ਉਹਨਾਂ ਲੋਕਾਂ ਦੀਆਂ ਨੇ ਜਿਹੜੇ ਲੋਕ ਕਹਿੰਦੇ ਨੇ ਸਾਡੇ ਧਰਮ 'ਚ ਮਾਸ ਪਾਪ ਹੈ। ਉਹਨਾਂ ਲੋਕਾਂ ਦੀਆਂ ਨੇ। ਤੁਸੀਂ ਸੁਣੋਗੇ ਤੇ ਤੁਹਾਡੇ ਦਿਮਾਗ ਨੂੰ ਚੱਕਰ ਆ ਜਾਏਗਾ ਵੀ ਹੈ ਉਹ ਕੀ ਰਿਹਾ। ਉਹ ਲੋਕ ਇਹਦੀ ਕਮਾਈ ਖਾ ਰਹੇ ਨੇ ਇਸੇ ਚੀਜ਼ ਦੀ। ਸਤਿਗੁਰੂ ਪਿਤਾ ਜੀ ਨੇ ਸਮਝਾਇਆ, ਦੇਵਤਿਆਂ ਦੇ ਕਰੋ ਜੱਗ ਤੇ ਮਾਰੋ ਗੈਂਡਾ, ਦਿਓ ਜਾਨਵਰਾਂ ਦੀਆਂ ਬਲੀਆਂ ਤੇ ਉਹ ਠੀਕ ਹੈ। ਇਹ ਗਰੀਬ ਰਾਜੇ ਦਾ ਪੁੱਤਰ ਮਿਰਗ ਲੈ ਕੇ ਆ ਗਿਆ ਤੇ ਪਾਪ ਹੋ ਗਿਆ। ਹੁਣ ਤੁਸੀਂ ਵਾਹ ਵੇਲਾ ਖੜਾ ਕਰ ਦਿੱਤਾ।
ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਆਪਾਂ ਕੱਲ ਫਿਰ ਇਸ ਕਥਾ ਵਿੱਚ ਜੁੜੀਏ ਔਰ ਤੁਸੀਂ ਸੁਣੋਗੇ ਕਿ ਇਹਨਾਂ ਨੇ ਮਾਫੀ ਮੰਗੀ ਗੁਰੂ ਸਾਹਿਬ ਕੋਲੋਂ, ਕਹਿੰਦੇ ਜੀ ਗਲਤੀ ਹੋ ਗਈ। ਕਿਉਂਕਿ ਬੜੀਆਂ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਇੱਥੇ ਹੀ ਖਲੋਤੇ ਹਾਂ। ਮਤਲਬ ਠੀਕ ਹੈ ਜੀ, ਸਾਡੇ ਬਜ਼ੁਰਗ ਇੱਦਾਂ ਕਰਦੇ ਸੀਗੇ ਜੀ, ਲੋਕ ਇੱਦਾਂ ਕਰਦੇ ਨੇ, ਗਿਆਨ ਧਿਆਨ ਕੋਈ ਨਹੀਂ ਹੈ, ਕੋਈ ਲੌਜਿਕ ਨਹੀਂ ਹੈ, ਕੋਈ ਦਲੀਲ ਨਹੀਂ ਹੈ, ਕੋਈ ਅਪੀਲ ਨਹੀਂ ਹੈ, ਕਿਸੇ ਨੂੰ ਪਤਾ ਨਹੀਂ ਹੈ ਕਿਹੜੀ ਚੀਜ਼ ਕੀ ਹੈਗੀ ਹੈ, ਕਿਹਨੂੰ ਚੰਗਾ ਕਹਿਣਾ ਹੈ, ਕਿਹਨੂੰ ਮਾੜਾ ਕਹਿਣਾ ਹੈ, ਸਾਨੂੰ ਆਪ ਨੂੰ ਨਹੀਂ ਪਤਾ। ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ